ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੋ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਤੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਜੀਵਨ ਬਾਰੇ ਵਿਚਾਰ ਕਰਾਂਗੇ। ਪਹਿਲਾਂ ਸੰਤ ਬਾਬਾ ਆਨੰਦ ਸਿੰਘ ਦੇ ਜੀਵਨ ਬਾਰੇ ਵਿਚਾਰ ਕੀਤੀ ਜਾਏਗੀ। ਲੁਧਿਆਣੇ ਦੇ ਨਜ਼ਦੀਕ ਤਹਿਸੀਲ ਹੈ ਜਗਰਾਵਾਂ। ਜਗਰਾਵਾਂ ਤਹਿਸੀਲ ਦੇ ਵਿੱਚ ਇੱਕ ਪਿੰਡ ਹੈ ਸ਼ੇਰਪੁਰ ਕਲਾਂ। ਉੱਥੇ 1869 ਈਸਵੀ ਨੂੰ ਪਿੰਡ ਸ਼ੇਰਪੁਰ ਕਲਾਂ ਤਹਿਸੀਲ ਜਗਰਾਵਾਂ 1869 ਈਸਵੀ 'ਚ ਸੰਤ ਬਾਬਾ ਆਨੰਦ ਸਿੰਘ ਜੀ ਦਾ ਪਿਤਾ ਜੈ ਸਿੰਘ ਤੇ ਮਾਤਾ ਸਦਾ ਕੌਰ ਦੇ ਘਰ ਜਨਮ ਹੋਇਆ। ਆਪ ਜੀ ਰਾਮਗੜੀਆ ਪਰਿਵਾਰ ਨੂੰ ਸੰਬੰਧ ਰੱਖਦੇ ਸਨ। ਜਿਨ੍ਹਾਂ ਨੂੰ ਆਪਾਂ ਤਰਖਾਣ ਕਹਿੰਦੇ ਹਾਂ ਉਹਨਾਂ ਨੂੰ ਰਾਮਗੜੀਆ ਕਹਿੰਦੇ ਨੇ। ਰਾਮਗੜੀਆ ਪਰਿਵਾਰ 'ਚੋਂ ਹੈ। 5 ਸਾਲ ਦੀ ਜੇ ਕੁੱਲ ਉਮਰ ਹੈ। ਪਿਛਲੇ ਜਨਮਾਂ ਦੇ ਸੰਸਕਾਰਾਂ ਕਾਰਨ ਪਿਛਲੇ ਜਨਮਾਂ ਦੀ ਬਹੁਤ ਜ਼ਿਆਦਾ ਭਗਤੀ ਹੋਣ ਕਾਰਨ 5 ਸਾਲ ਦੀ ਉਮਰ 'ਚ ਹੀ ਭਗਤੀ ਕਰਨ ਲੱਗ ਪਏ। ਜਿੰਨੀ ਕਿਸੇ ਦੀ ਜ਼ਿਆਦਾ ਭਗਤੀ ਪਿਛਲੇ ਜਨਮਾਂ ਦੀ ਹੁੰਦੀ ਆ ਉਹ ਇਸ ਜਨਮ ਵਿੱਚ ਛੇਤੀ ਭਗਤੀ ਕਰਨ ਲੱਗਦਾ। ਜਿੰਨੀ ਘੱਟ ਹੁੰਦੀ ਆ ਉਹਨਾਂ ਲੇਟ ਸ਼ੁਰੂ ਕਰਦਾ ਹੈ। ਅਤੇ ਜਿਹੜਾ ਭਜਨ ਬੰਦਗੀ ਕਰਦੇ ਹੀ ਨਹੀਂ ਇਹਦਾ ਮਤਲਬ ਕਿ ਕਿਸੇ ਪਿਛਲੇ ਜਨਮਾਂ ਦੀ ਭਜਨ ਬੰਦਗੀ ਹੁੰਦੀ ਹੋਈ ਨਹੀਂ। ਸਾਡੇ ਜਿਹੜੇ ਪਿਛਲੇ ਜਨਮਾਂ ਦੇ ਸੰਸਕਾਰ ਨੇ ਇਹ ਸਾਨੂੰ ਇਸ ਜਨਮ 'ਚ ਪ੍ਰੇਰਦੇ ਨੇ। ਸੋ ਅਗਲਿਆਂ ਨੇ ਪਿਛਲੇ ਜਨਮ 'ਚ ਬਹੁਤ ਭਜਨ ਬੰਦਗੀ ਕੀਤੀ ਹੋਣ ਕਾਰਨ ਛੋਟੀ ਉਮਰ 'ਚ ਹੀ ਭਜਨ ਬੰਦਗੀ ਕਰਨ ਲੱਗ ਪਏ। ਆਪ ਜੀ ਦੇ ਵੱਡੇ ਭਰਾ ਭਗਤ ਸਿੰਘ ਜੀ ਸਨ। ਉਹਨਾਂ ਨੂੰ ਸੂਰਜ ਪ੍ਰਕਾਸ਼ ਦੀ ਕਥਾ ਆਉਂਦੀ ਸੀ, ਇਸ ਲਈ ਉਹਨਾਂ ਤੋਂ ਸੂਰਜ ਪ੍ਰਕਾਸ਼ ਦੀ ਕਥਾ ਸੁਣਿਆ ਕਰਦੇ ਸਨ। ਹੌਲੀ ਹੌਲੀ 10 ਗੁਰੂਆਂ ਦੇ ਜੀਵਨ ਦਾ ਗਿਆਨ ਹੋ ਗਿਆ। ਫਿਰ ਜਦੋਂ ਵੱਡੇ ਹੋਏ ਆਪਣੇ ਭਰਾ ਦੇ ਨਾਲ ਹੀ ਤਰਖਾਣਾ ਕੰਮ ਕਰਨ ਲੱਗ ਪਏ। ਭਰਾ ਤੇ ਸ਼ਾਦੀशुदा ਸੀ, ਇਸ ਲਈ ਉਹਨੂੰ ਜਿੰਨੀ ਮਜ਼ਦੂਰੀ ਮਿਲਦੀ ਸੀ ਆਪਣੇ ਪਰਿਵਾਰ ਨੂੰ ਪਾਲਦਾ ਸੀ। ਆਪ ਜੀ ਅਜੇ ਕੁਆਰੇ ਸਨ, ਇਸ ਲਈ ਜਿੰਨੀ ਮਜ਼ਦੂਰੀ ਮਿਲਦੀ ਸੀ ਆਏ ਗਏ ਸਾਧੂਆਂ ਦੀ ਸੇਵਾ 'ਤੇ ਖਰਚ ਕਰ ਦਿੰਦੇ ਸਨ। ਜਦੋਂ ਹੋਰ ਵੱਡੇ ਹੋਏ ਆਪ ਜੀ ਹਜ਼ੂਰ ਸਾਹਿਬ ਚਲੇ ਗਏ। ਉੱਥੇ ਬਹੁਤ ਭਜਨ ਬੰਦਗੀ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਰਸ਼ਨ ਕੀਤੇ। 2 ਪ੍ਰਕਾਰ ਦੇ ਦਰਸ਼ਨ ਹੁੰਦੇ ਨੇ, ਇੱਕ ਸੂਖਸ਼ਮ ਇੱਕ ਸਥੂਲ। ਪਹਿਲੀ ਅਵਸਥਾ ਸੂਖਸ਼ਮ ਦਰਸ਼ਨਾਂ ਦੀ ਹੁੰਦੀ ਹੈ। ਮੰਨ ਲਓ ਇੱਥੇ ਕੋਈ ਸਾਤਸੰਗ ਚੱਲ ਰਹੀ ਹੈ, ਅਚਾਨਕ ਬਾਬਾ ਆਨੰਦ ਸਿੰਘ ਜੀ ਆ ਜਾਂਦੇ ਨੇ। ਤੁਹਾਡੇ ਜੋ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਏਗੀ ਉਹ ਦਿਸਣਗੇ ਤੁਹਾਨੂੰ, ਪਰ ਜੋ ਤੁਹਾਡੇ ਕੋਲ ਆਉਣ ਅਤੇ ਤੁਸੀਂ ਉਹਨਾਂ ਨੂੰ ਹੱਥ ਲਾਓ ਤੁਹਾਡੇ ਹੱਥ 'ਚ ਨਹੀਂ ਆਉਣਗੇ, ਕਿਉਂਕਿ ਸੂਖਸ਼ਮ ਸਰੀਰ ਹੈ। ਅੱਛਾ, ਜਦੋਂ ਬਹੁਤ ਉੱਚੀ ਅਵਸਥਾ ਹੋ ਜਾਂਦੀ ਹੈ, ਜਿਵੇਂ ਭਗਤ ਨਾਮਦੇਵ ਜੀ ਸਨ, ਭਗਤ ਧੰਨਾ ਜੀ ਸਨ, ਉਹਨਾਂ ਨੇ ਸਥੂਲ ਸਰੀਰ 'ਚ ਭਗਵਾਨ ਨੂੰ ਪ੍ਰਗਟ ਕਰਕੇ ਭੋਜਨ ਛਕਾਇਆ ਸੀ। ਭਗਤ ਨਾਮਦੇਵ ਜੀ ਨੇ ਦੁੱਧ ਪਿਲਾਇਆ ਸੀ ਅਤੇ ਭਗਤ ਧੰਨਾ ਜੀ ਨੇ ਭੋਜਨ ਛਕਾਇਆ ਸੀ। ਸੂਖਸ਼ਮ ਸਰੀਰ ਦੇ ਵਿੱਚ ਜੇ ਆਪਾਂ ਭੋਜਨ ਛਕਾਈਏ ਵੀ ਆਪ ਜੀ ਭੋਗ ਲਓ, ਉਹ ਆਪਣ ਭੋਜਨ ਛਕਦੇ ਨਜ਼ਰੀ 'ਤੇ ਆਉਣਗੇ, ਪਰ ਜਦੋਂ ਚਲੇ ਜਾਣਗੇ ਤਾਂ ਜਿੰਨਾ ਭੋਜਨ ਸੀ ਉਹ ਨਹੀਂ ਹੋਏਗਾ, ਉਹ ਘਟੇਗਾ ਨਹੀਂ। ਉਂਝ ਆਪਾਂ ਨੂੰ ਦਿਖਾਈ ਦੇ ਗਏ ਭੋਜਨ ਛਕ ਰਹੇ ਨੇ, ਕਿਉਂਕਿ ਸੂਖਸ਼ਮ ਸਰੀਰ 'ਚ ਨੇ।
ਪਰ ਜਦੋਂ ਸਥੂਲ ਸਰੀਰ 'ਚ ਮੰਨ ਲਓ ਆ ਜਾਣ, ਫਿਰ ਜੇ ਤੁਸੀਂ 4 ਪ੍ਰਸ਼ਾਦੇ ਰੱਖੇ ਨੇ, ਉਹਨਾਂ ਇੱਕ ਖਾਣਾ, ਜੇ ਇੱਕ ਖਾ ਲਿਆ ਤਾਂ ਬਾਕੀ 3 ਰਹਿ ਜਾਣਗੇ। ਉਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਥੂਲ ਸਰੀਰ ਧਾਰਨ ਕਰਕੇ ਉਹਨਾਂ ਨੇ ਖਾਧਾ। ਇਸ ਲਈ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਤੇ 8ਵੇਂ ਪਾਤਸ਼ਾਹ ਦੇ ਸੂਖਸ਼ਮ ਸਰੀਰ 'ਚ ਦਰਸ਼ਨ ਹੋਏ। ਇਹ ਵੀ ਬਹੁਤ ਕਮਾਈ ਤੋਂ ਬਾਅਦ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਨਿਰੀ ਇਸ ਜਨਮ ਦੀ ਕਮਾਈ ਨਾਲ ਨਹੀਂ ਹੁੰਦੀ, ਪਿਛਲੇ ਜਨਮਾਂ ਦੀ ਕਮਾਈ ਜੋ ਨਾਲ ਰਲਦੀ ਹੈ ਅਤੇ ਜਨਮ ਦੀ ਰਲਦੀ ਹੈ, ਫਿਰ ਜਾ ਕੇ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ। ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਫਿਰ ਇਸ ਤਰ੍ਹਾਂ ਸੂਖਸ਼ਮ ਰੂਪ 'ਚ ਰੂਹਾਂ ਦੇ ਦਰਸ਼ਨ ਹੁੰਦੇ ਹਨ। ਉੱਥੇ ਇਹਨਾਂ ਨੇ ਦਰਸ਼ਨ ਕੀਤੇ। ਫਿਰ ਆਪ ਜੀ ਵਾਪਸ ਪੰਜਾਬ ਆ ਗਏ। ਲਹਿਰੇ ਪਹੁੰਚੇ ਨੇ, ਲਹਿਰੇ ਕਈ ਨੇ, ਇੱਕ ਬਠਿੰਡੇ ਜ਼ਿਲ੍ਹੇ 'ਚ ਲਹਿਰਾ ਹੈ, ਉੱਥੇ ਪਹੁੰਚੇ। ਉੱਥੇ ਇੱਕ ਸੰਤ ਵਧਾਵਾ ਸਿੰਘ ਜੀ ਰਹਿੰਦੇ ਸਨ। ਆਪ ਜੀ ਉਹਨਾਂ ਨੂੰ ਮਿਲੇ। ਉਹ ਗੁਰਬਾਣੀ ਦੇ ਚੰਗੇ ਗਿਆਤਾ ਸਨ। ਉਹਨਾਂ ਤੋਂ ਸੰਤ ਬਾਬਾ ਨਾਨਕ ਸਿੰਘ ਜੀ ਨੇ ਪਾਠ ਸਿੱਖਿਆ, ਗੁਰੂ ਗ੍ਰੰਥ ਦੇ ਅਰਥ ਸਿੱਖੇ। ਉੱਥੇ ਕਾਫੀ ਦੇਰ ਲਾ ਕੇ ਉਹਨਾਂ ਕੋਲ ਰਹੇ, ਸੰਥਿਆ ਲਈ, ਅਰਥ ਸਿੱਖੇ। ਫਿਰ ਆਪ ਜੀ ਤੁਰਦੇ ਤਰਾਂਦੇ ਫਿਰੋਜ਼ਪੁਰ ਛਾਉਣੀ ਆ ਗਏ। ਫਿਰੋਜ਼ਪੁਰ ਛਾਉਣੀ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਸਾਰਾ ਗੜ੍ਹੀ, ਉੱਥੇ ਗੁਰਦੁਆਰਾ ਸਾਹਿਬ ਹੈ। ਉੱਥੇ ਸੰਤ ਜਵੰਤ ਸਿੰਘ ਜੀ ਨਾਲ ਆਪਦਾ ਮੇਲ ਹੋ ਗਿਆ। ਦੋਨਾਂ ਨੇ ਫੈਸਲਾ ਕੀਤਾ ਵੀ ਜੇ ਭਗਤ ਨਾਮਦੇਵ ਜੀ ਭਗਵਾਨ ਨੂੰ ਸਰੀਰ ਰੂਪ 'ਚ ਪ੍ਰਗਟ ਕਰਕੇ ਦੁੱਧ ਪਿਲਾ ਸਕਦੇ ਹਨ, ਅਤੇ ਧੰਨਾ ਭਗਤ ਜੀ ਭਗਵਾਨ ਨੂੰ ਸਰੀਰ ਰੂਪ 'ਚ ਪ੍ਰਗਟ ਕਰਕੇ ਲੰਗਰ ਛਕਾ ਸਕਦੇ ਨੇ, ਆਪਾਂ ਵੀ ਗੁਰੂ ਨਾਨਕ ਦੇਵ ਜੀ ਨੂੰ ਸਰੀਰ ਰੂਪ 'ਚ ਪ੍ਰਗਟ ਕਰਕੇ ਲੰਗਰ ਛਕਾਈਏ। ਉਹਨੇ ਲੰਗਰ ਤਿਆਰ ਕੀਤਾ। ਦੋਨਾਂ ਨੇ ਥਾਲੀ ਸਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਰੱਖਤੀ ਅਤੇ ਪ੍ਰਤਿੱਗਿਆ ਕਰ ਲਈ ਕਿ ਸੱਚੇ ਪਾਤਸ਼ਾਹ, ਜਿੰਨਾ ਚਿਰ ਤੁਸੀਂ ਸਰੀਰ ਧਾਰ ਕੇ ਇਹ ਸਾਡਾ ਲੰਗਰ ਨਹੀਂ ਛਕਦੇ, ਅਸੀਂ ਵੀ ਲੰਗਰ ਨਹੀਂ ਛਕਾਂਗੇ। ਸਾਨੂੰ ਭੁੱਖੇ ਮਰ ਜਾਣਾ ਮਨਜ਼ੂਰ ਹੈ, ਪਰ ਅਸੀਂ ਤੁਹਾਨੂੰ ਲੰਗਰ ਛਕਾਉਣਾ ਹੀ ਛਕਾਉਣਾ ਹੈ। 24 ਘੰਟੇ ਬੈਠੇ ਰਹੇ, ਗੁਰੂ ਨਾਨਕ ਦੇਵ ਜੀ ਨਹੀਂ ਆਏ। ਅਗਲੇ ਦਿਨ ਫਿਰ ਲੰਗਰ ਤਿਆਰ ਕੀਤਾ। ਉਹਨਾਂ ਵੀ ਕੁਛ ਨਹੀਂ ਖਾਧਾ, ਆਪਣਾ ਸਿਮਰਨ ਕਰਦੇ ਰਹੇ। ਅਗਲੇ ਦਿਨ ਫਿਰ ਤਾਜ਼ਾ ਲੰਗਰ ਤਿਆਰ ਕਰਕੇ ਫਿਰ ਅਰਦਾਸ ਕੀਤੀ, ਫਿਰ ਸਿਮਰਨ ਕਰਦੇ ਰਹੇ ਦੋਨੋਂ। 48 ਘੰਟੇ ਬੀਤ ਗਏ, ਗੁਰੂ ਨਾਨਕ ਦੇਵ ਜੀ ਪ੍ਰਗਟ ਨਹੀਂ ਹੋਏ। ਅਗਲੇ ਦਿਨ ਫਿਰ ਲੰਗਰ ਤਿਆਰ ਕੇ ਰੱਖੇ। ਇਸ ਤਰ੍ਹਾਂ 3 ਦਿਨ ਬੀਤ ਗਏ, ਫਿਰ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ। ਉਹਨਾਂ 4 ਪ੍ਰਸ਼ਾਦੇ ਦਾਲ ਅਤੇ ਸਬਜ਼ੀ ਬਣਾ ਕੇ ਰੱਖੀ ਸੀ। ਗੁਰੂ ਨਾਨਕ ਦੇਵ ਜੀ ਸਰੀਰ ਰੂਪ 'ਚ ਪ੍ਰਗਟ ਹੋਏ। ਉਹਨਾਂ ਨੇ 2 ਪ੍ਰਸ਼ਾਦੇ ਛਕੇ, ਦਾਲ ਸਬਜ਼ੀ ਛਕੀ, ਅਤੇ ਦੋਨਾਂ ਨੂੰ ਕਹਿੰਦੇ ਲਓ ਵੀ ਇੱਕ ਪ੍ਰਸ਼ਾਦਾ ਤੁਸੀਂ ਛਕ ਲਓ। ਦੋਨਾਂ ਨੇ ਇੱਕ ਪ੍ਰਸ਼ਾਦਾ ਛਕ ਲਿਆ, ਸੰਤ ਜਵੰਤ ਸਿੰਘ ਜੀ ਅਤੇ ਸੰਤ ਬਾਬਾ ਨਾਨਕ ਸਿੰਘ ਜੀ ਨੇ। ਜਦੋਂ ਪ੍ਰਸ਼ਾਦਾ ਛਕ ਟੇ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਜਵੰਤ ਸਿੰਘ, ਮੰਗ ਕੀ ਮੰਗਦਾ? ਉਸ ਨੇ ਕੀਰਤਨੀਏ ਕਹਿ ਜੀ, ਜਦੋਂ ਮੈਂ ਕੀਰਤਨ ਕਰਿਆ ਕਰਾਂ ਉਦੋਂ ਤੁਸੀਂ ਮੈਨੂੰ ਦਰਸ਼ਨ ਦਿਆ ਕਰੋ। ਕਹਿੰਦੇ ਚੰਗਾ ਭਾਈ, ਇਸ ਤਰੀਕੇ ਕਰਾਂਗੇ। ਹਾਂ ਵੀ ਨੰਦ ਸਿਆ ਤੂੰ ਮੰਗ। ਕਹਿੰਦਾ ਜੀ ਮੈਨੂੰ ਤਾਂ ਆਪਣਾ ਬਣਾ ਲਓ ਬਸ। ਕਹਿੰਦੇ ਅੱਛਾ ਭਾਈ, ਅੱਜ ਤੋਂ ਤੂੰ ਸਾਡਾ ਹੋਇਆ। ਚਲੋ, ਸੋ ਹੁਣ ਕਿ ਆਪਣਾ ਬਣਾ ਲਿਆ ਹੈ, ਇਸ ਲਈ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਨਾਲ ਰਹਿਣ ਲੱਗ ਪਏ। ਜਵੰਤ ਸਿੰਘ ਜੀ ਜਦੋਂ ਕੀਰਤਨ ਕਰਦੇ ਉਦੋਂ ਗੁਰੂ ਬਣਾ ਕੇ ਬੈਠੇ। ਜਿਹੜੇ ਸਮਾਂ ਕੀਰਤਨ ਕਰਦੇ ਗੁਰੂ ਨਾਨਕ ਦੇਵ ਬੈਠੇ ਰਹਿੰਦੇ ਸਨ। ਜੋ ਕੀਰਤਨ ਸਮਾਪਤ ਹੁੰਦੇ ਉਸ ਚਲੇ ਜਾ ਕਰਦੇ ਸਨ।
ਸਮਾਂ ਪਾ ਕੇ ਬਠਿੰਡੇ ਜ਼ਿਲ੍ਹੇ 'ਚ ਭੁੱਚੋ ਹੈ ਪਿੰਡ, ਕਸਬਾ ਹੁੰਦਾ ਭੁੱਚੋ, ਕਲਾਂ ਵੱਜਦਾ ਹੋਇਆ। ਲਹਿਰੇ ਤੋਂ ਜਿਹੜੀ ਬਠਿੰਡੇ ਨੂੰ ਸੜਕ ਜਾਂਦੀ ਹੈ, ਰੇਲਵੇ ਸਟੇਸ਼ਨ ਵੀ ਭੁੱਚੋ, ਉੱਥੇ ਬਹੁਤ ਪ੍ਰਸਿੱਧ ਸੰਤ ਹਰਨਾਮ ਸਿੰਘ ਜੀ ਰਹਿੰਦੇ ਸਨ। ਆਪ ਜੀ ਉਹਨਾਂ ਕੋਲੇ ਆ ਗਏ। 12 ਸਾਲ ਉਹਨਾਂ ਕੋਲੇ ਰਹੇ ਸਨ ਸੰਤ ਬਾਬਾ ਨੰਦ ਸਿੰਘ। ਭਜਨ ਬੰਦਗੀ ਕਰਦੇ ਰਹੇ। 12 ਸਾਲਾਂ ਬਾਅਦ ਸੰਤ ਹਰਨਾਮ ਸਿੰਘ ਕਹਿੰਦੇ ਵੀ ਨੰਦ ਸਿੰਘ, ਤੂੰ ਹੁਣ ਹੋ ਗਿਆ ਸੰਤ, ਤੂੰ ਆਪਣਾ ਕੋਈ ਸਥਾਨ ਬਣਾ ਲੈ। ਆਪ ਜੀ ਕਲੇਰਾ ਪਿੰਡ ਆ ਗਏ। ਲੁਧਿਆਣੇ ਤੋਂ ਜਗਰਾਵਾਂ ਤੋਂ ਅੱਗੇ ਜਿਹੜੀ ਸੜਕ ਫਿਰੋਜ਼ਪੁਰ ਵੱਲ ਨੂੰ ਜਾਂਦੀ ਹੈ, ਜਗਰਾਵਾਂ ਤੋਂ ਕੁਝ ਦੂਰੀ 'ਤੇ ਜਾ ਕੇ ਸੜਕ ਤੋਂ ਹਟਵਾਂ ਇਹ ਪਿੰਡ ਹੈ। ਤਾਂ ਹੀ ਕਲੇਰਾ ਵਾਲੇ ਸੰਤ ਵੱਜਦੇ ਨੇ। ਜਿਵੇਂ ਦੇਖੋ ਸੰਤ ਈਸ਼ਰ ਸੀ, ਹੈਣ ਤਾਂ ਆਲੋਵਾਲ ਦੇ ਸਨ, ਪਰ ਰਾੜਾ ਸਾਹਿਬ ਬਹੁਤ ਸਮਾਂ ਰਹਿਣ ਕਰਕੇ ਉਹ ਕਹਿਲਾਣ ਲਏ ਸੰਤ ਰਾੜੇ ਵਾਲੇ। ਇਸ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਹੋਰ ਪਿੰਡ 'ਚ ਪੈਦਾ ਹੋਏ, ਪਰ ਜ਼ਿਆਦਾ ਸਮਾਂ ਕਲੇਰਾ ਰਹਿਣ ਕਰਕੇ ਇਹਨਾਂ ਦੇ ਨਾਂ ਨਾਲ ਲੱਗ ਗਿਆ ਸੰਤ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ। ਉੱਥੇ ਰਹਿਣ ਲੱਗ ਪਏ। ਉੱਥੇ ਉਜਾੜ ਜਗ੍ਹਾ ਸੀ ਬਾਹਰ, ਪਿੰਡ ਤੋਂ ਬਾਹਰ, ਕਿਉਂਕਿ ਸੰਤ ਮਹਾਤਮਾ ਸਾਡੇ ਗੁਰੂ ਮਹਾਰਾਜ ਪਿੰਡ 'ਚ ਨਹੀਂ ਸੀ ਰਿਹਾ ਕਰਦੇ। ਸਾਧੂ ਸੰਤ ਮਹਾਤਮਾ ਆਬਾਦੀ 'ਚ ਨਹੀਂ ਰਿਹਾ ਕਰਦੇ, ਉਹ ਹਮੇਸ਼ਾ ਆਬਾਦੀ ਤੋਂ ਦੂਰ ਰਹਿੰਦੇ ਨੇ। ਉਂਝ ਹੈ ਵੀ ਜਿੱਥੇ ਸਾਧੂ ਬੈਠ ਜੇ, ਗੁਰੂ ਮਹਾਰਾਜ ਬੈਠੇ, ਸਮਾਂ ਪਾ ਕੇ ਆਬਾਦੀ ਉੱਥੇ ਹੋ ਜਾਂਦੀ ਹੈ। ਆਬਾਦੀ ਉੱਥੇ ਹੋ ਜਾਂਦੀ, ਸੰਗਤ ਰਹਿਣ ਲੱਗ ਜਾਂਦੀ, ਆ ਕੇ ਚੇਲੇ ਬਾਲ ਕੇ ਆ ਕੇ ਰਹਿਣ ਲੱਗ ਜਾਂਦੇ ਹਨ। ਸੋ ਕਲੇਰਾਂ ਹੌਲੀ ਹੌਲੀ ਰੌਣਕ ਹੋਣ ਲੱਗ ਪਈ ਹੈ। ਸੰਤ ਵਧਾਵਾ ਸਿੰਘ ਜੀ, ਜਿਨ੍ਹਾਂ ਤੋਂ ਆਪ ਜੀ ਨੇ ਸੰਥਿਆ ਲਈ ਸੀ, ਉਹ ਇੱਕ ਵਾਰੀ ਬਾਬਾ ਨਾਨਕ ਸਿੰਘ ਨੂੰ ਮਿਲਣ ਆ ਗਏ ਉੱਥੇ ਕਲੇਰਾ। ਬਾਬਾ ਨਾਨਕ ਸਿੰਘ ਦੂਰੋਂ ਵੇਖੇ ਮਹਾਂਪੁਰਖ ਆ ਰਹੇ ਨੇ। ਉਹ ਉੱਠੇ, ਆਪਣੀ ਪੱਗ ਲਾਹੀ, ਰਾਜ ਪੱਗ ਵਿਛਾਤੀ ਹੈ, ਅਤੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮੇਰੀ ਪੱਗ ਦੇ ਉੱਤੋਂ ਦੀ ਤੁਰ ਕੇ ਤੁਸੀਂ ਆਓ, ਵੀ ਮੇਰੀ ਪੱਗ ਆਪ ਜੀ ਦੇ ਚਰਨਾਂ ਨਾਲ ਪਵਿੱਤਰ ਹੋ ਜਾਏਗੀ। ਹੁਣ ਦੇਖੋ, ਇੱਕ ਵਿਦਿਆਰਥੀ ਆਪਣੇ ਟੀਚਰ ਦਾ ਕਿਤਨਾ ਸਤਿਕਾਰ ਕਰ ਰਿਹਾ, ਵੀ ਮੈਨੂੰ ਤਾਂ ਪਾਠ ਸਿੱਖਿਆ, ਕਥਾ ਵਾਰਤਾ ਸਿੱਖੀ ਹੈ। ਅੱਜ ਦਾ ਵਿਦਿਆਰਥੀ ਅੱਗੇ ਬੋਲਦਾ ਟੀਚਰ ਦੇ, ਕਿਤਨਾ ਫਰਕ ਪੈ ਗਿਆ ਹੈ। ਔਰ ਇੱਕ ਕੱਲ੍ਹ ਪਰਸੋਂ ਮੈਨੂੰ ਇੱਕ ਵੀਡੀਓ ਵਿਖਾ ਰਿਹਾ ਸੀ ਬੱਚਾ, ਇੱਕ ਪ੍ਰਿੰਸੀਪਲ ਸਕੂਲ ਦੀ ਲੜਕੀ ਨੇ ਕੋਈ ਸ਼ਰਾਰਤ ਕੀਤੀ, ਪ੍ਰਿੰਸੀਪਲ ਨੇ ਉਹਨੂੰ ਥੱਪੜ ਮਾਰਤਾ। ਜੋ ਗੰਦ ਮੰਦ ਲੱਗੇ ਇਹ ਪਾਉਣ, ਇਸ ਉਹਨੂੰ ਵਿਚਾਰ ਸਦਮਾ ਹੋ ਗਿਆ, ਉਹਦੀ ਸਦਮੇ ਕਾਰਨ ਡੈਥ ਹੋ ਗਈ। ਹੁਣ ਟੀਚਰ ਤਾਂ, ਬੱਚਾ ਸ਼ਰਾਰਤ ਕਰਦਾ ਸਕੂਲ 'ਚ, ਟੀਚਰ ਦਾ ਫਿਰ ਥੋੜ੍ਹਾ ਬਹੁਤ ਉਹ ਸਜ਼ਾ ਦੇਵੇਗੀ ਉਸ ਨੂੰ। ਹੁਣ ਨਤੀਜਾ ਕੀ ਨਿਕਲਿਆ? ਕੋਈ ਵੀ ਸਜ਼ਾ ਨਹੀਂ ਦਿਆ ਕਰੋ। ਜੋ ਦਫਾ ਪੜ੍ਹਨਾ ਪੜ੍ਹੋ, ਨਹੀਂ ਪੜ੍ਹਨਾ ਨਾ ਪੜ੍ਹੋ, ਅਤੇ ਨਤੀਜਾ ਤੁਹਾਡੇ ਸਾਹਮਣੇ ਆ ਜੇ 5-7 ਸਾਲਾਂ ਨੂੰ। ਕਾਲਜ ਵਾਲੇ ਤਾਂ ਪਹਿਲੇ ਹੀ ਨਹੀਂ ਪੜ੍ਹਦੇ, ਅਤੇ ਸਕੂਲ ਵਾਲੇ ਵੀ ਪੜ੍ਹਨੋਂ ਹਟ ਜਾਣਗੇ। ਡਰ ਤੋਂ ਬਿਨਾਂ ਨਹੀਂ ਕੋਈ ਗੱਲ ਬਣਿਆ ਕਰਦੀ। ਕੱਲ੍ਹ ਨੂੰ ਤੇ ਲੈ ਕਹਿ ਦੇਣਗੇ ਸਰਕਾਰ ਵੀ ਚੋਰਾਂ ਨੂੰ ਤੁਸੀਂ ਕੁੱਟਣਾ ਨਹੀਂ, ਕਿ ਅਗਰ ਚੋਰ ਜੀ ਤੁਸੀਂ ਚੋਰੀ ਕੀਤੀ ਹੈ, ਅਗਲਾ ਮੰਨੇਗਾ। ਡਰ ਤੋਂ ਬਿਨਾਂ ਕੋਈ ਕੰਮ ਨਹੀਂ ਚੱਲਿਆ ਕਰਦਾ। ਤਾਂ ਮੈਂ ਕੰਪੈਰੀਜ਼ਨ ਕਰਦਾ ਕਿ ਕਿੱਥੇ ਅੱਜ, ਕਿੱਥੇ ਬਾਬਾ ਨਾਨਕ ਸਿੰਘ ਜੀ ਹੁਣ। ਜਿਹੜਾ ਦੇਖਿਆ ਮੇਰਾ ਟੀਚਰ ਆ ਰਿਹਾ ਹੈ, ਖੜ੍ਹੇ ਹੋ ਕੇ ਨੇ ਪੱਗ ਲਾ ਕੇ ਰਾਹ 'ਚ ਵਿਛਾਤੀ ਹੈ, ਵੀ ਇਹਦੇ ਉੱਤੋਂ ਦੀ ਆਪ ਜੀ ਚਰਨ ਧਰਦੇ ਹੋਏ ਆਵੋ ਤੁਸੀਂ। ਮੈਨੂੰ ਬੜੀ ਵਾਰੀ ਕਿਹਾ, ਜਦੋਂ ਵੀ ਉਹਨਾਂ ਆਉਣਾ ਇਹਨਾਂ ਨੇ ਇਸਤਰੀ ਕਰਨੀ। ਉਹ ਕਹਿੰਦੇ ਨਹੀਂ ਵੀ ਤੁਸੀਂ ਕਿਹੜਾ ਘੱਟ ਹੋ, ਕਹਿੰਦੇ ਕੁਛ ਵੀ ਹੈ ਜੀ, ਮੈਂ ਤੁਹਾਡਾ ਵਿਦਿਆਰਥੀ ਰਿਹਾ ਹਾਂ, ਤੁਸੀਂ ਮੇਰੇ ਟੀਚਰ ਰਹੇ ਹੋ, ਮੈਂ ਤੁਹਾਡੇ ਤੋਂ ਗੁਣ ਸਿੱਖਿਆ ਹੋਇਆ ਹੈ। ਤਾਂ ਹੌਲੀ ਹੌਲੀ ਫਿਰ ਸੰਗਤ 'ਤੇ ਆਉਣ ਲੱਗ ਪਈ। ਆਪ ਜੀ ਕਿਉਂਕਿ ਕੀਰਤਨ ਕਥਾ ਨਹੀਂ ਸਨ ਜਾਣਦੇ, ਪ੍ਰਵਚਨ ਕਰਦੇ ਸਨ। ਕੀਰਤਨੀਏ ਪਹਿਲਾਂ ਕਿਤੇ ਵੀ ਜਾਂਦੇ ਕੀਰਤਨ ਕਰਦੇ ਸਨ, ਫਿਰ ਆਪ ਜੀ ਸੰਗਤ ਨਾਲ ਬਚਨ ਕਰਦੇ ਹੁੰਦੇ ਸਨ। ਤਾਂ ਆਪ ਜੀ ਕਹਿੰਦੇ ਸੀ, ਭਾਈ
ਸਿੱਖ ਦਾ ਪਹਿਲਾ ਫਰਜ਼ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ। ਵੀ ਜਿੰਨਾ ਆਪਣੇ ਗੁਰੂ ਦਾ ਸਤਿਕਾਰ ਕਰੋਗੇ ਉਹਨੇ ਕੋਈ ਪ੍ਰਾਪਤੀ ਹੋਵੇਗੀ। ਤੇ ਕਹਿੰਦਾ ਸੌਖਾ ਇਹ ਹੈ ਕਿ ਤੁਸੀਂ ਐਂ ਸਮਝਿਆ ਕਰੋ ਵੀ ਇਹ ਗੁਰੂ ਗ੍ਰੰਥ ਸਾਹਿਬ ਨਹੀਂ ਬੈਠੇ, ਗੁਰੂ ਨਾਨਕ ਦੇਵ ਜੀ ਸਾਹਮਣੇ ਬੈਠੇ ਨੇ ਤੇ ਮੈਂ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕ ਰਿਹਾ। ਗੁਰੂ ਫਿਰ ਨਿਰਾ ਸਤਿਕਾਰ ਨਹੀਂ ਗੁਰੂ ਦਾ ਕਰਨਾ, ਗੁਰੂ ਦੇ ਆਖੇ ਵੀ ਲੱਗਣਾ, ਬਾਣੀ ਦੇ ਅਨੁਸਾਰ ਜੀਵਨ ਜਿਉਣਾ ਹੈ। ਗੁਰੂ ਮਹਾਰਾਜ ਤਾਂ ਪ੍ਰਸੰਨ ਹੁੰਦੇ ਨੇ। ਹੁਣ ਟੀਚਰ ਹੈ, ਵਿਦਿਆਰਥੀ ਸਤਿਕਾਰ ਵੀ ਕਰੇ ਤੇ ਵਿਦਿਆਰਥੀ ਆਖੇ ਵੀ ਲੱਗੇ ਤਾਂ ਹੀ ਗੱਲ ਬਣਦੀ ਹੈ ਨਾ। ਕਰਮਚਾਰੀ ਹੈ, ਆਪਣੇ ਅਫਸਰ ਦਾ ਸਤਿਕਾਰ ਕਰੇ ਤੇ ਉਹਦੇ ਆਖੇ ਵੀ ਲੱਗੇ ਤਾਂ ਹੀ ਗੱਲ ਬਣੇਗੀ ਨਾ। ਬੱਚਾ ਆਪਣੇ ਮਾਂ ਪਿਓ ਦਾ ਸਤਿਕਾਰ ਵੀ ਕਰੇ ਤੇ ਮਾਂ ਪਿਓ ਦੇ ਆਖੇ ਵੀ ਲੱਗੇ ਤਾਂ ਹੀ ਗੱਲ ਬਣਦੀ। ਮੈਨੂੰ ਯਾਦ, ਮੈਂ ਦੂਜੀ 'ਚ ਪੜ੍ਹਦਾ ਸੀ, ਮੇਰੇ ਵੱਡਾ ਭਰਾ ਟੀਚਰ ਲੱਗਿਆ ਸੀ। ਉਹਨੇ ਦੇਖਿਆ ਮੂਡ ਠੀਕ ਹੈ ਮੇਰੇ ਛੋਟੇ ਭਰਾ ਦਾ, ਮੈਨੂੰ ਕਹਿੰਦੇ ਮੇਰੇ ਕੋਲ ਆ। ਮੈਂ ਚਲਿਆ ਕੋਲ, ਕਹਿੰਦੇ ਮੇਰੀ ਇੱਕ ਗੱਲ ਮੰਨੇਗਾ? ਮੈਂ ਬੋਲੋ ਜੀ। ਕਹਿੰਦੇ ਨੰਬਰ 1, ਆਪਣੇ ਮਾਂ ਪਿਓ ਨੂੰ ਕਿਸੇ ਗੱਲ ਤੋਂ ਨਾ ਨਹੀਂ ਕਰਨੀ, ਉਹ ਜੋ ਕਹਿਣ ਉਹ ਕੰਮ ਕਰ ਦੇਣਾ। ਨੰਬਰ 2, ਸਕੂਲ 'ਚ ਆਪਣੇ ਟੀਚਰ ਨੂੰ ਕਿਸੇ ਕੰਮ ਤੋਂ ਨਾ ਨਹੀਂ ਕਰਨੀ, ਜੋ ਕਹਿਣ ਉਹ ਕਰ ਦੇਣਾ। ਨੰਬਰ 3, ਜਦੋਂ ਵੱਡਾ ਹੋ ਕੇ ਤੂੰ ਨੌਕਰੀ 'ਤੇ ਲੱਗ ਜਾਏ ਫਿਰ ਆਪਣੇ ਅਫਸਰ ਨੂੰ ਨਾ ਨਹੀਂ ਕਿਸੇ ਕੰਮ ਤੋਂ ਕਰਨੀ। ਜੇ ਤੂੰ 3 ਗੱਲਾਂ 'ਤੇ ਪੈਰਾ ਦੇਂਗਾ ਸਾਰੀ ਉਮਰ ਮੌਜ ਕਰੇਂਗਾ। ਤੇ ਦਾਤੇ ਦੀ ਐਸੀ ਕਿਰਪਾ ਹੋਈ ਮੇਰੇ 'ਤੇ, ਨਾ ਮੈਂ ਮਾਂ ਪਿਓ ਦੇ ਕਦੇ ਅੱਗੇ ਬੋਲਿਆ, ਨਾ ਉਹਨਾਂ ਨੂੰ ਕਦੇ ਮੈਂ ਨਾ ਕੀਤੀ, ਨਾ ਮੈਂ ਕਿਸੇ ਟੀਚਰ ਦੇ ਅੱਗੇ ਬੋਲਿਆ, ਨਾ ਮੈਂ ਕੋਈ ਉਹਨਾਂ ਨੂੰ ਨਾ ਕੀਤੀ। 16 ਅਫਸਰਾਂ ਦੇ ਨਾਲ ਮੈਂ ਕੰਮ ਕੀਤਾ, ਮੈਂ ਉਹਨਾਂ ਨੂੰ ਕਦੇ ਨਾ ਨਹੀਂ ਸੀ। ਜੋ ਕੰਮ ਕੀਤਾ ਤੇ ਆਪਾਂ ਨੇ ਜ਼ਿੰਦਗੀ ਦੇ ਇੱਕ ਕਲਾਸ ਸਮਾਂ ਬਤੀਤ ਕੀਤਾ। ਸੋ ਜਿੱਥੇ ਅਸੀਂ ਸਤਿਕਾਰ ਕਰਨਾ ਹੈ ਉੱਥੇ ਆਖੇ ਵੀ ਗੁਰੂ ਮਹਾਰਾਜ ਦੇ ਲੱਗਣਾ, ਤਾਂ ਹੀ ਗੁਰੂ ਮਹਾਰਾਜ ਦੀ ਖੁਸ਼ੀ ਹੁੰਦੀ ਹੈ। ਇਸ ਤਰ੍ਹਾਂ ਸਮਾਂ ਬੀਤਦਾ ਗਿਆ, 1943 ਸਨ ਆ ਗਿਆ। ਆਪ ਜੀ ਨੇ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਗਿਆ। ਜਿਹੜੇ ਪਹੁੰਚੇ ਮਹਾਤਮਾ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਕਦੋਂ ਸਰੀਰ ਤਿਆਗਣਾ। ਇਸ ਲਈ ਉਹ ਸਰੀਰ ਤਿਆਗਣ ਤੋਂ ਪਹਿਲਾਂ ਡੇਰੇ ਦਾ ਪ੍ਰਬੰਧ ਕਰਕੇ ਜਾਂਦੇ ਨੇ ਵੀ ਮਗਰੋਂ ਕਿਸ ਨੂੰ ਇੰਚਾਰਜ ਬਣਾਉਣਾ। ਜਿਸ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਕਦੋਂ ਸਰੀਰ ਤਿਆਗਣਾ ਹੈ, ਉਹ ਉਸੇ ਤਰ੍ਹਾਂ ਡੇਰਾ ਛੱਡ ਜਾਂਦੇ ਨੇ, ਮਗਰੋਂ ਫਿਰ ਰੌਲੇ ਗੋਲੇ ਪੈਂਦੇ ਰਹਿੰਦੇ ਨੇ। ਜੇ 3-4 ਉਹਨਾਂ ਦੇ ਚੇਲੇ ਹੁੰਦੇ ਨੇ, ਉਹ ਕਹਿੰਦੇ ਮੈਂ ਘੱਟ, ਉਹ ਕਹਿੰਦੇ ਮੈਂ ਘੱਟ। ਅਤੇ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਅਸੀਂ ਫਲਾਣੀ ਤਰੀਕ ਨੂੰ ਸਰੀਰ ਤਿਆਗ ਜਾਣਾ, ਉਹ ਭਰੀ ਸਭਾ 'ਚ ਐਲਾਨ ਕਰਦੇ ਸਾਡੇ ਤੋਂ ਬਾਅਦ ਡੇਰੇ ਦਾ ਫਲਾਣਾ ਇੰਚਾਰਜ ਹੋਵੇਗਾ ਭਾਈ, ਬਾਕੀ ਦਾ ਜੀ ਕਰਦਾ ਰਹੋ, ਬਾਕੀ ਜੀ ਕਰਦਾ ਛੱਡ ਕੇ ਚਲੇ ਜਾਓ। ਹੁਣ ਸੋ ਆਪ ਜੀ ਨੇ ਉਦੋਂ ਆਪ ਦੂਜੇ ਨੰਬਰ 'ਤੇ ਸਨ ਸੰਤ ਈਸ਼ਰ ਸਿੰਘ ਜੀ। 2 ਈਸ਼ਰ ਸਿੰਘ ਜੀ ਹੋਏ ਨੇ, ਇੱਕ ਬਾਬਾ ਨਾਨਕ ਸਿੰਘ ਦੇ ਚੇਲੇ ਸਨ, ਇੱਕ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸਨ। ਸੰਤ ਈਸ਼ਰ ਸਿੰਘ ਮਹਾਰਾਜ ਨੂੰ ਕਹਿੰਦੇ ਲੈ ਵੀ ਈਸ਼ਰ ਸਿੰਘ, ਅਸੀਂ ਤਾਂ ਹੁਣ ਸਰੀਰ ਤਿਆਗਣ ਲੱਗੇ ਹਾਂ, ਹੁਣ ਤੁਸੀਂ ਸਾਰਾ ਸਾਡੇ ਮਗਰ ਤੋਂ ਸਾਂਭ ਸਫਾਈ ਕਰਨੀ ਹੈ। ਅਤੇ ਇਸ ਤਰ੍ਹਾਂ 1943 ਈਸਵੀ ਦੇ ਵਿੱਚ ਸੰਤ ਬਾਬਾ ਨਾਨਕ ਸਿੰਘ ਜੀ ਮਹਾਰਾਜ ਸਰੀਰ ਤਿਆਗੇ। 1869 'ਚ ਪੈਦਾ ਹੋਏ ਅਤੇ 1943 'ਚ ਉਹਨਾਂ ਨੇ ਸਰੀਰ ਤਿਆਗਿਆ ਹੈ। 69 ਦਾ ਮੈਂ 31 ਸਾਲ ਉਹ ਅਤੇ 43 ਸਾਲ ਇਹ, ਤਕਰੀਬਨ 74 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੇ ਸਰੀਰ ਤਿਆਗਿਆ ਹੈ। ਆਪਣੇ ਸਮੇਂ ਦੇ ਬੜੇ ਪ੍ਰਸਿੱਧ ਸੰਤ ਮਹਾਤਮਾ ਹੋਏ, ਬਹੁਤ ਹੀ ਉੱਚੀ ਅਵਸਥਾ ਦੇ ਹੋਏ। ਦੇਖੋ ਉਸ ਤੋਂ ਬਾਅਦ ਨਹੀਂ ਮੈਂ ਕਿਸੇ ਸੰਤ ਮਹਾਤਮਾ ਸੁਣਿਆ ਵੀ ਕਿਸੇ ਨੇ ਕਿਸੇ ਗੁਰੂ ਨੂੰ ਸਰੀਰ ਰੂਪ 'ਚ ਪ੍ਰਗਟ ਕਰਕੇ ਲੰਗਰ ਛਕਾਇਆ ਹੋਵੇ। ਹੋਰ ਨਹੀਂ ਮੈਂ ਬੜੇ ਸੰਤਾਂ ਮਹਾਤਮਾ ਜੀਵਨ ਪੜ੍ਹਦੇ ਨੇ, ਹੋਰ ਨਹੀਂ ਮੈਂ ਕਿੱਦਾਂ ਪੜ੍ਹਿਆ ਵੀ ਕਿਸੇ ਨੂੰ ਸਰੀਰ ਰੂਪ 'ਚ ਪ੍ਰਗਟ ਕਰਕੇ ਜਿਹੜਾ ਹੈ ਇਸ ਤਰ੍ਹਾਂ ਲੰਗਰ ਪਾਣੀ ਛਕਾਇਆ ਹੋਵੇ। ਹਾਂ, ਦਰਸ਼ਨ ਤਾਂ ਕਈ ਸੰਤਾਂ ਮਹਾਤਮਾ ਨੇ ਬਹੁਤ ਗੁਰੂ ਮਹਾਰਾਜ ਦੇ ਕੀਤੇ ਨੇ, ਐਸੀ ਗੱਲ ਨਹੀਂ, ਕਿਉਂਕਿ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਫਿਰ ਦਰਸ਼ਨ ਤਾਂ ਹੋ ਹੀ ਜਾਂਦੇ ਨੇ।
ਫਿਰ ਕੋਈ ਵੀ ਮੱਥਾ ਟੇਕਣ ਆਵੇ, ਕੋਈ ਵੀ ਰੂਹ ਆਵੇ, ਕੋਈ ਸੰਤ ਮਹਾਤਮਾ ਆਵੇ, ਭਗਤ ਆਵੇ, ਮਹਾਂਪੁਰਖ ਹੋਣ ਜਾਂ ਗੁਰੂ ਮਹਾਰਾਜ ਆਉਣ, ਜੇ ਦਿਵ ਦ੍ਰਿਸ਼ਟੀ ਖੁੱਲ੍ਹੀ ਹੈ ਫਿਰ ਤਾਂ ਪਤਾ ਲੱਗ ਰਿਹਾ ਆ ਫਲਾਣਾ ਆ ਰਿਹਾ, ਫਲਾਣਾ ਆ ਰਿਹਾ, ਫਲਾਣਾ ਆ ਰਿਹਾ ਹੈ। ਸੋ ਦੂਸਰੇ ਸੰਤ ਹੋਏ ਨੇ ਸੰਤ ਈਸ਼ਰ ਸਿੰਘ ਜੀ ਮਹਾਰਾਜ, ਜਿਹਨਾਂ ਨੂੰ ਰਾੜਾ ਸਾਹਿਬ ਵਾਲੇ ਕਹਿੰਦੇ ਨੇ। ਹੈ ਤਾਂ ਉਹਨਾਂ ਦਾ ਪਿੰਡ ਆਲੋਵਾਲ ਸੀ, ਪਟਿਆਲੇ ਦੇ ਨਜ਼ਦੀਕ। ਪਟਿਆਲੇ ਤੋਂ ਕੋਈ 13-14 ਕਿਲੋਮੀਟਰ ਦੀ ਦੂਰੀ 'ਤੇ ਆਲੋਵਾਲ ਪਿੰਡ ਹੈ। ਉੱਥੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਜਿਹੜਾ ਜਨਮ ਹੈ ਉਹ 5 ਅਗਸਤ 1905 ਈਸਵੀ ਨੂੰ 5 ਅਗਸਤ 1905 ਈਸਵੀ ਨੂੰ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਜਿਹੜਾ ਜਨਮ ਹੈ ਸਰਦਾਰ ਰਾਮ ਸਿੰਘ ਦੇ ਘਰ ਪਿੰਡ ਆਲੋਵਾਲ ਵਿਖੇ ਹੋਇਆ। ਆਪ ਜੀ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਪਿਤਾ ਜੀ ਖੇਤੀਬਾੜੀ ਕਰਦੇ ਸਨ। ਅਜੇ ਆਪ ਜੀ ਛੋਟੇ ਨੇ, ਚਿੱਟੇ ਕੱਪੜੇ ਪਾਏ ਹੋਏ ਹਨ। ਆਪ ਜੀ ਦੇ ਪਿਤਾ ਜੀ ਸੰਤ ਬੀਰਮਦਾਸ ਜੀ, ਜਿਹੜੇ ਬਦੋਸ਼ੀ ਕਲਾਂ ਦੇ ਹੋਏ ਨੇ, ਜਿਹੜੇ ਨਾਂਗੇ ਸਾਧੂ ਹੋਏ ਨੇ, ਉਹਨਾਂ ਕੋਲੇ ਜਾ ਕੇ ਦਰਸ਼ਨ। ਅਤੇ ਮਾਤਾ ਪਿਤਾ ਨੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਨਾਮ ਰੱਖਿਆ ਸੀ ਗੁਲਾਬ ਸਿੰਘ। ਬਚਪਨ ਦਾ ਨਾਮ ਇਹਨਾਂ ਦਾ ਸੀ ਗੁਲਾਬ ਸਿੰਘ। ਗੁਲਾਬ ਸਿੰਘ ਨੂੰ ਨਾਲ ਲੈ ਕੇ ਸੰਤ ਬਾਬਾ ਬੀਰਮਦਾਸ ਜੀ ਕੋਲ ਗਏ। ਬੱਚਾ ਜਿਵੇਂ ਉਹ ਬੈਠੇ ਸਨ, ਐਂ ਠੋਡੀ 'ਤੇ ਹੱਥ ਰੱਖ ਕੇ ਇਸ ਤਰ੍ਹਾਂ ਮਰ ਕੇ ਐਂ ਹੀ ਬੱਚਾ ਬਹਿ ਗਿਆ। ਜਿਵੇਂ ਉਹ ਬੈਠੇ ਸਨ ਉਸ ਤਰੀ ਗੁਲਾਬ ਸਿੰਘ ਬਹਿ ਗਏ। ਉਹ ਵੇਖ ਕੇ ਕਹਿੰਦੇ ਬਈ ਰਾਮ ਸਿੰਘ, ਇਹ ਜਿਹੜਾ ਤੇਰਾ ਲੜਕਾ ਨਾ, ਇਹ ਬਹੁਤ ਵੱਡਾ ਸਾਧੂ ਬਣੇਗਾ। ਭਵਿੱਖਬਾਣੀ ਕੀਤੀ ਹੈ, ਵਰ ਨਹੀਂ ਦਿੱਤਾ। ਇੱਕ ਹੁੰਦਾ ਵਰ ਦੇਣਾ, ਇੱਕ ਹੁੰਦਾ ਭਵਿੱਖਬਾਣੀ ਕਰਨਾ, ਵੇਖ ਕੇ ਦੱਸਣਾ ਵੀ ਇਹ ਬਣੇਗਾ। ਕਿਉਂਕਿ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ ਹੈ ਉਹ ਵੇਖ ਲੈਂਦੇ ਨੇ ਵੱਡੇ ਹੋ ਕੇ ਕੀ ਬਣਨਾ ਇਸਨੇ। ਵੈਸੇ ਜਿੰਨੇ ਵੀ ਸਾਰਾ ਸੰਸਾਰ ਹੈ, ਸਭ ਦਾ ਜੀਵਨ ਪਹਿਲਾਂ ਹੀ ਲਿਖਿਆ ਹੋਇਆ ਹੈ। ਸਾਡਾ ਸਾਰਾ ਜੀਵਨ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਅਸੀਂ ਵੱਡੇ ਹੋ ਕੇ ਕੀ ਬਣਨਾ। ਅਮੀਰ ਬਣਨਾ, ਗਰੀਬ ਬਣਨਾ, ਦੁਖੀ ਹੋਣਾ, ਸੁਖੀ ਹੋਣਾ, ਸੰਤ ਮਹਾਤਮਾ ਬਣਨਾ, ਅਸੀਂ ਕੀ ਬਣਨਾ ਹੈ। ਇਹ ਸਾਰਾ ਜੀਵਨ ਪਹਿਲੇ ਲਿਖਿਆ ਹੁੰਦਾ। ਸਿਰਫ ਨਾ ਸਾਨੂੰ ਪਤਾ ਹੋਣ ਕਰਕੇ ਸਾਨੂੰ ਚਿੰਤਾ ਰਹਿੰਦੀ ਹੈ ਕੱਲ੍ਹ ਦੀ, ਕਿਉਂਕਿ ਸਾਨੂੰ ਪਤਾ ਨਹੀਂ ਵੀ ਅਸੀਂ ਕੀ ਬਣਨਾ, ਸਾਡੇ ਨਾਲ ਕੀ ਵਾਪਰਨਾ ਹੈ। ਇਸ ਲਈ ਸਾਨੂੰ ਕੱਲ੍ਹ ਦੀ ਚਿੰਤਾ ਰਹਿੰਦੀ ਹੈ। ਜਿਵੇਂ ਬੱਚਾ ਜਵਾਨ ਹੋ ਗਿਆ, ਲੜਕੀ ਜਵਾਨ ਹੋ ਗਈ ਹੈ, ਮਾਂ ਪਿਓ ਨੂੰ ਚਿੰਤਾ ਹੁੰਦੀ ਹੈ ਵਿਆਹ ਕਰੀਏ, ਪਰ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਬਈ ਜਿਸ ਮਹੀਨੇ 'ਚ, ਜਿਸ ਤਰੀਕ, ਜਿਸ ਸਾਲ 'ਚ ਇਹਦਾ ਵਿਆਹ ਹੋਣਾ ਤਾਂ ਪਹਿਲਾਂ ਨਿਸ਼ਚਿਤ ਹੈ। ਕਿਹਦੇ ਨਾਲ ਹੋਣਾ ਉਹ ਵੀ ਨਿਸ਼ਚਿਤ ਹੈ, ਉਹ ਵੀ ਨਿਸ਼ਚਿਤ। ਮੈਨੂੰ ਯਾਦ ਹੈ 1967 'ਚ ਮੈਨੂੰ ਜੋਤਿਸ਼ੀ ਨੇ ਕਿਹਾ ਤੁਹਾਡੀ ਸ਼ਾਦੀ 1978 'ਚ ਹੋਵੇਗੀ। 67 'ਚ ਕਿਹਾ ਤੁਹਾਡੀ ਸ਼ਾਦੀ 78 'ਚ ਹੋਏਗੀ। ਮੈਂ ਤਾਂ ਕਰਾਣੀ ਨਹੀਂ ਹੈਗੀ। ਕਹਿੰਦੀ ਹੋਏਗੀ। हिंदी बोलता हालात बदल सकते हैं, विचार बदल सकते हैं। हाँ पंडित जी, हालात भी बदल सकते हैं, विचार ही बदल सकते हैं। लो जी 71 'ਚ माता पिता मैनू कहते भी तू नौकरी ते लग गया है, तू शादी करा ला। मैं देखो जी, मैनू ज्योतिषी ने दस्या भी मेरा विआह 1978 'ਚ, जे तुसी 1978 तक जिउंदे रहे वेख लिओ, नहीं तो सत श्री अकाल है। तो 72 'ਚ माता जी स्वर्गवास हो गए, तो 77 'ਚ पिता जी स्वर्गवास है। विआह तो पर जाके 78 'ਚ होया, वो दोनों स्वर्गवास हो गए। सब कुछ पहला निश्चित है। उन्हें मैंने 5 गल्लां दसियां सन, जिहड़े हुण दस्सण नूं टाइम नहीं है। वो पंजे दी पंजे समा पा के जो जो साल दसे उसी साल 'ਚ ही हुई। फिर मैनूं विश्वास हो गया। तो धर्म भी यही कहता कि तुहानूं उही कुछ मिलना जो तुसीं लिखा के लिआए हो। सो उन्हें देखा संत बाबा बीरमदास ने कि गुलाब सिंह ने वड्डे होके बहुत बड़ा साधु बनना है। चलो
ਆਪ ਜੀ ਥੋੜ੍ਹੇ ਵੱਡੇ ਹੋਏ, ਆਪ ਜੀ ਨੂੰ ਪਿੰਡ ਦੇ ਸਕੂਲ 'ਚ ਪੜ੍ਹਨ ਪਾਤਾ। ਉਸ ਜ਼ਮਾਨੇ ਜਿਹੜੇ ਪ੍ਰਾਇਮਰੀ ਸਕੂਲ ਹੈ ਚੌਥੀ ਤੱਕ ਹੋਇਆ ਕਰਦੇ ਸਨ। ਮੈਂ ਵੀ ਜਦੋਂ ਪੜ੍ਹਿਆ ਚੌਥੀ ਤੱਕ ਪ੍ਰਾਇਮਰੀ ਹੁੰਦੇ ਸਨ, ਪੰਜਵੀਂ ਤੋਂ ਮਿਡਲ ਸ਼ੁਰੂ ਹੋ ਜਾਂਦਾ ਸੀ। ਫਿਰ ਸਮਾਂ ਪਾ ਕੇ ਪੰਜਵੀਂ ਤੱਕ ਪ੍ਰਾਇਮਰੀ ਦੇ ਹੋਣ ਲੱਗੇ, ਛੇਵੀਂ ਤੋਂ ਮਿਡਲ ਸ਼ੁਰੂ ਹੋ ਗਿਆ। ਚੌਥੀ ਤੱਕ ਪਿੰਡ ਦੇ ਸਕੂਲ 'ਚ ਪੜ੍ਹੇ, ਫਿਰ ਸ਼ਹਿਰ 'ਚ ਆ ਗਏ, ਜਿਹਨੂੰ ਅੱਜ ਕੱਲ੍ਹ YPS ਸਕੂਲ ਕਹਿੰਦੇ ਨੇ, ਯਾਦਵਿੰਦਰਾ ਪਬਲਿਕ ਸਕੂਲ। ਉਸ ਜ਼ਮਾਨੇ ਜਿਹਦਾ ਨਾਂ ਸੀ ਮਾਡਲ ਸਕੂਲ, ਇਹਦਾ ਨਾਂ ਸੀ ਮਾਡਲ ਸਕੂਲ। ਇੱਥੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾਖਲ ਹੋ ਗਏ। ਹੁਣ ਪਿਛਲੇ ਜਨਮਾਂ ਦੀ ਕਮਾਈ ਬਹੁਤ ਜ਼ਿਆਦਾ ਸੀ, ਅਤੇ ਜਿਹੜੇ ਸੰਤ ਮਹਾਤਮਾ ਹੁੰਦੇ ਨਾ, ਇਹ ਸੰਸਾਰਿਕ ਵਿੱਦਿਆ ਭਾਵੇਂ ਥੋੜ੍ਹੀ ਪੜ੍ਹੇ ਹੋਣ, ਇਹਨਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਯਾਦ ਰੱਖਣਾ, ਜਿੰਨੇ ਵੀ ਸੰਤ ਹੁੰਦੇ ਨੇ ਇਹਨਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। 7ਵੀਂ ਤੱਕ ਜਾਂਦਿਆਂ ਸੰਤ ਈਸ਼ਰ ਸਿੰਘ ਮਹਾਰਾਜ ਨੂੰ ਸਾਰਾ ਨਿਤਨੇਮ ਮੂੰਹ ਜ਼ਬਾਨੀ ਯਾਦ ਹੋ ਗਿਆ, ਸੁਖਮਨੀ ਸਾਹਿਬ ਦਾ ਸਾਰਾ ਪਾਠ ਮੂੰਹ ਜ਼ਬਾਨੀ ਯਾਦ ਹੋ ਗਿਆ, ਸਾਰਾ ਨਿਤਨੇਮ ਯਾਦ ਹੋ ਗਿਆ, ਸੁਖਮਨੀ ਸਾਹਿਬ ਦਾ ਪਾਠ ਜਦੋਂ 7ਵੀਂ ਤੱਕ ਜਾਂਦਾ। ਆਪ ਜੀ ਰਾਤ ਨੂੰ 7ਵੀਂ ਤੱਕ ਪੜ੍ਹਦੇ ਨੇ, ਰਾਤ ਨੂੰ 1:30 ਵਜੇ ਉੱਠਦੇ, ਨਹਾ ਧੋ ਕੇ 2 ਵਜੇ ਇਹ ਜਿਹੜਾ ਹੈ ਪਹਿਲਾਂ ਨਿਤਨੇਮ ਦਾ ਪਾਠ ਕਰਦੇ, ਫਿਰ 7 ਸੁਖਮਨੀ ਸਾਹਿਬ ਦੇ ਪਾਠ ਕਰਦੇ। ਸੂਰਜ ਚੜ੍ਹਨ ਤੱਕ ਨਿਤਨੇਮ ਕਰ ਲੈਂਦੇ ਸਨ, 7 ਸੁਖਮਨੀ ਸਾਹਿਬ ਦੇ ਪਾਠ ਕਰ ਲੈਂਦੇ ਸਨ, ਫਿਰ ਰੋਟੀ ਪਾਣੀ ਖਾ ਕੇ ਸਕੂਲ ਪੜ੍ਹਨ ਜਾਇਆ ਕਰਦੇ ਸਨ। ਹੁਣ ਜਿਹੜਾ ਬੱਚਾ, ਤੁਸੀਂ ਅੰਦਾਜ਼ਾ ਲਓ, 7ਵੀਂ ਦੇ ਵਿੱਚ ਹੀ ਇੰਨੀ ਭਜਨ ਬੰਦਗੀ ਕਰਦੇ, ਉਹਨੂੰ ਸੰਤ ਦੇ ਬਣਨਾ ਹੀ ਬਣਨਾ, ਉਹਦੇ ਵਿਗੜਨ ਲਈ ਟਾਈਮ ਹੀ ਨਹੀਂ ਮਿਲਣਾ। ਅਤੇ ਜਿਨ੍ਹਾਂ ਨਾਲ ਇਹ ਸੰਤ ਬਣਨਾ ਹੁੰਦਾ ਉਹ ਵਿਗੜਦੇ ਹੀ ਨਹੀਂ ਹੈਗੇ। ਜਿਹਨੂੰ ਸੰਤ ਬਣਨਾ ਹੁੰਦਾ ਉਹ ਨਹੀਂ ਵਿਗੜਦੇ, ਉਹ ਛੋਟੀ ਉਮਰ 'ਚ ਹੀ ਲੱਗ ਜਾਂਦੇ ਹਨ ਅਤੇ ਲੱਗੇ ਰਹਿੰਦੇ ਨੇ। ਅਸੀਂ ਵੱਡੀ ਉਮਰ 'ਚ ਲੱਗੇ, ਸਾਡੇ ਕਿੰਨੇ ਵਿਗਾੜ ਪੈਦਾ ਹੋ ਗਏ ਉਹਨੇ ਚਿਰ ਨੂੰ। ਉਹਨੇ ਕਿੰਨੇ, ਉਹ ਪਹਿਲਾਂ ਇੰਨੇ ਸਾਲ ਭਜਨ ਬੰਦਗੀ ਕਰ ਕਰਕੇ ਉਹ ਪਹਿਲਾਂ ਆਪ ਨੂੰ ਸੁਧਾਰੋ ਜੀ, ਆਪਣੇ ਵਿਗਾੜ ਦੂਰ ਕਰੋ ਜੀ, ਫਿਰ ਲਾਈਨ ਕਲੀਅਰ ਹੋਵੇ, ਫਿਰ ਭਜਨ ਬੰਦਗੀ ਕਰੋ ਜੀ, ਫਿਰ ਕਿਤੇ ਆਤਮਿਕ ਤਰੱਕੀ ਹੋਵੇ। ਸੋ ਇਸ ਕਰਕੇ ਕਰਦਿਆਂ 10ਵੀਂ 'ਚ ਹੋ ਗਏ। ਹੁਣ ਉਸ ਵੇਲੇ ਸੰਤ ਅਤਰ ਸਿੰਘ ਜੀ ਮਹਾਰਾਜ ਬਹੁਤ ਪ੍ਰਸਿੱਧ ਸੰਤ ਸਨ ਆਪਣੇ ਸਮੇਂ ਦੇ, ਬਸਤੂਆਣੇ ਵਾਲੇ। ਉੱਥੇ ਨਹੀਂ ਗਏ ਆਪ ਜੀ। ਇੱਕ ਰੇਰੂ ਸਾਹਿਬ ਹੈ, ਆਪਾਂ ਦੁਰਾਹੇ ਕਦੇ ਤੁਸੀਂ ਜਾਓ, ਉੱਥੇ ਨਹਿਰ ਹੈ, ਜਿੱਧਰੋਂ ਪਾਣੀ ਆਉਂਦਾ ਉੱਧਰੋਂ ਤੁਰ ਪਓ, ਪਹਿਲਾ ਪੁਲ ਆਏਗਾ, ਨਹਿਰ ਪੁਲ 'ਤੇ ਨਹਿਰ ਨੂੰ ਕ੍ਰੋਸ ਕਰ ਲਓ, 1-2 ਪਿੰਡ ਛੱਡ ਕੇ ਰੇਰੂ ਸਾਹਿਬ ਪਿੰਡ ਆਉਂਦਾ, ਉੱਥੇ ਸੰਤ ਅਤਰ ਸਿੰਘ ਜੀ ਰਹਿੰਦੇ ਹੁੰਦੇ ਸਨ। ਇਹ ਦੋਨੋਂ ਸੰਤ ਇੱਕੋ ਸਮੇਂ ਹੋਏ ਨੇ। ਇਹ ਦੋਨਾਂ ਨੇ 1927 'ਚ ਸਰੀਰ ਤਿਆਗਿਆ ਸੀ, 13 ਦਿਨਾਂ ਦਾ ਫਰਕ ਸੀ ਦੋਨਾਂ ਸੰਤਾਂ ਦਾ। ਹੁਣ ਸਵਾਲ ਪੈਦਾ ਹੁੰਦਾ ਕਿ ਉਸ ਵੇਲੇ ਸੰਤ ਅਤਰ ਸਿੰਘ ਜਿਹੜੇ ਬਸਤੂਆਣੇ ਨੇ, ਉਹਨਾਂ ਦੀ ਸਾਰੀ ਦੁਨੀਆ ਜਾਣਦੇ ਸੀ, ਇਹਨਾਂ ਨੂੰ ਕੋਈ ਵਿਰਲਾ ਟਾਮਾ ਜਾਣਦਾ ਸੀ ਵੀ ਉਹਨਾਂ ਕੋਲੇ ਨਹੀਂ ਗਏ, ਇਹਨਾਂ ਕੋਲੇ ਗਏ। ਪਿਛਲੇ ਜਨਮਾਂ ਦੇ ਨਾਲ ਜਿਹਦਾ ਮੇਲ ਹੁੰਦਾ ਨਾ, ਉਹਦੇ ਨਾਲ ਬੰਦਾ ਐਤਕੀ ਜਾਂਦਾ, ਉਹਦੇ ਕੋਲ ਹੀ ਜਾਂਦਾ। ਸੰਤ ਅਤਰ ਸਿੰਘ ਮਹਾਰਾਜ ਨੂੰ ਇੱਕ ਵਾਰੀ ਸੰਤ ਤੇਜਾ ਸਿੰਘ ਜੀ ਪੁੱਛਦੇ, ਦੂਜੇ ਨੰਬਰ ਵਾਲੇ, ਬਈ ਜੇ ਇੱਕ ਪਿੰਡ 'ਚ 3 ਬ੍ਰਹਮ ਗਿਆਨੀ ਹੋਣ, ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਵੀ ਨਹੀਂ ਚੰਗਾ ਲੱਗਦਾ, ਇਹ ਕੀ ਕਾਰਨ ਹੈ? ਉਹ ਕਹਿੰਦੇ, ਜਿਸ ਬ੍ਰਹਮ ਗਿਆਨੀ ਦੇ ਨਾਲ ਤੁਹਾਡੇ ਪਿਛਲੇ ਕਿਸੇ ਵੀ ਜਨਮ ਦਾ ਸੰਬੰਧ ਹੈ ਨਾ, ਤੁਹਾਨੂੰ ਉਹੀ ਚੰਗਾ ਲੱਗੂ। ਜੇ ਤਿੰਨਾਂ 'ਚੋਂ ਕਿਸੇ ਨਾਲ ਵੀ ਤੁਹਾਡਾ ਸੰਬੰਧ ਨਹੀਂ, ਤੁਹਾਨੂੰ ਕੋਈ ਵੀ ਨਹੀਂ ਚੰਗਾ ਲੱਗੂ। ਤੁਹਾਨੂੰ ਚੰਗਾ ਲੱਗੇ। ਹੁਣ ਉਹਨਾਂ ਦੇ ਪਿਛਲੇ ਜਨਮਾਂ ਦੇ ਸੰਬੰਧ ਰੇਰੂ ਵਾਲਿਆਂ ਨਾਲ ਸਨ। 10ਵੀਂ ਦੀ ਗਰਮੀ ਛੁੱਟੀਆਂ ਹੋਈਆਂ, ਆਪ ਜੀ ਉਹਨਾਂ ਕੋਲ ਚਲੇ ਗਏ। ਕਹਿੰਦੇ ਜੀ ਮੈਂ ਤੁਹਾਡੇ ਇੱਥੇ ਰਹਿ ਕੇ ਭਜਨ ਬੰਦਗੀ ਕਰਨੀ। ਉਹ ਕਹਿੰਦੇ ਭਾਈ ਤੂੰ ਕੀ ਕੰਮ ਕਰਦਾ?
ਕਹਿੰਦੇ ਜੀ ਮੈਂ 10ਵੀਂ 'ਚ ਪੜ੍ਹਦਾ। ਕਹਿੰਦੇ ਕਾਕਾ ਪੜ੍ਹਾਈ ਵੀ ਜ਼ਰੂਰੀ ਹੁੰਦੀ ਹੈ, ਤੂੰ ਅੰਮ੍ਰਿਤ ਛਕ ਲੈ ਅਤੇ 10ਵੀਂ ਦਾ ਇਮਤਿਹਾਨ ਦੇ ਕੇ ਫਿਰ ਤੂੰ ਆ ਜੀ। ਅੰਮ੍ਰਿਤ ਛਕਾ ਕੇ ਇਹਨਾਂ ਨੇ ਗੁਲਾਬ ਸਿੰਘ ਤੋਂ ਇਹਨਾਂ ਦਾ ਨਾਮ ਰੱਖਤਾ ਉਹਨਾਂ ਨੇ ਈਸ਼ਰ ਸਿੰਘ। ਫਿਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਦਾ ਬਚਪਨ ਦਾ ਨਾਮ ਗੁਲਾਬ ਸਿੰਘ ਸੀ। ਸੰਤ ਈਸ਼ਰ ਸਿੰਘ ਮਹਾਰਾਜ ਕਰਕੇ ਪ੍ਰਸਿੱਧ ਹੋਏ ਹੈ, ਨਾਮ ਸੰਤ ਈਸ਼ਰ ਸਿੰਘ ਰੱਖਤਾ। ਆਪ ਜੀ 10ਵੀਂ ਦਾ ਇਮਤਿਹਾਨ ਦੇ ਕੇ ਫਿਰ ਉੱਥੇ ਚਲੇ ਗਏ। 1923 ਈਸਵੀ 'ਚ 18 ਸਾਲ ਦੇ ਸਨ ਉਹਦਾ। ਪਹਿਲਾਂ ਨਾ ਵੱਡੀ ਉਮਰ ਦੇ ਨੂੰ ਪੜ੍ਹਨ ਲਾਇਆ ਜਾਂਦਾ ਸੀ। ਜਦ ਮੈਂ ਪੜ੍ਹਨ ਲੱਗਾ 1950 ਦੇ ਵਿੱਚ 51 'ਚ 7 ਸਾਲ ਤੋਂ ਘੱਟ ਨਹੀਂ ਸੀ ਲਾਉਂਦੇ। ਫਿਰ ਟੀਚਰ ਨੇ ਅੰਦਾਜ਼ੇ ਨਾਲ ਵੀ 7 ਸਾਲ ਪੂਰੇ ਕਰਨੇ। 4 ਜਨਵਰੀ ਮੇਰਾ ਡੇਟ ਆਫ ਬਰਥ ਕਰਤੀ, 4 ਜਨਵਰੀ 1943 ਵੀ ਹੋ ਗਿਆ ਜੀ 7 ਸਾਲ ਦਾ। ਅਪ੍ਰੈਲ ਦਾਲ ਕਰਨਾ ਸੀ। ਖੈਰ ਅੰਦਾਜ਼ਾ ਜਿਹਾ ਹੁੰਦਾ ਸੀ ਘਰ ਵਾਲਿਆਂ ਦਾ, 2-4 ਮਹੀਨੇ ਦਾ ਕੋਈ ਫਰਕ ਹੋਣਾ ਅੱਗੇ ਪਿੱਛੇ। ਖੈਰ 18 ਸਾਲ ਦੀ ਉਮਰ 'ਚ ਆਪ ਜੀ ਰੇਰੂ ਸਾਹਿਬ ਆ ਗਏ। ਕਹੇ ਜੀ ਮੈਂ ਤਾਂ ਇੱਥੇ ਰਹਿਣਾ। ਕਹਿੰਦੇ ਕਾਕਾ ਡੇਰੇ ਰਹਿਣਾ ਬਹੁਤ ਔਖਾ ਹੈ। ਕਿ ਨਾ ਜੀ ਮੈਂ ਤਾਂ ਰਹਿਣਾ। ਨਹੀਂ ਭਾਈ ਡੇਰਿਆਂ 'ਚ ਰਹਿਣਾ ਬਹੁਤ ਔਖਾ ਹੈ। ਨਾ ਜੀ ਮੈਂ ਤਾਂ ਰਹਿਣਾ। ਕਹਿੰਦੇ ਸਾਡੀ ਕੁਝ ਸ਼ਰਤਾਂ ਨੇ। ਕਹਿੰਦੇ ਦੱਸੋ ਜੀ। ਕਹਿੰਦੇ ਸੁਣ, ਨੰਬਰ 1 ਥੋੜ੍ਹਾ ਖਾਣਾ, ਨੰਬਰ 2 ਥੋੜ੍ਹਾ ਸੌਣਾ, ਨੰਬਰ 3 ਥੋੜ੍ਹੇ ਲੋਕਾਂ ਨੂੰ ਮਿਲਣਾ, ਨੰਬਰ 4 ਥੋੜ੍ਹੀਆਂ ਗੱਲਾਂ ਕਰਨੀਆਂ ਨੇ, ਨੰਬਰ 5 ਨਾਮ ਜਪਣਾ, ਨੰਬਰ 6 ਬਾਣੀ ਪੜ੍ਹਨੀ ਹੈ, ਨੰਬਰ 7 ਧਾਰਮਿਕ ਗ੍ਰੰਥ ਪੜ੍ਹਨੇ ਨੇ, ਨੰਬਰ 8 ਸੇਵਾ ਕਰਨੀ ਹੈ, ਨੰਬਰ 9 ਜੇ ਤੈਨੂੰ ਕੋਈ ਅਵਾ ਤਵਾ ਬੋਲੇ ਅੱਗੋਂ ਚੁੱਪ ਰਹਿਣਾ। ਮਨਜ਼ੂਰ ਹੈ? ਕਿ ਹਾਂ ਜੀ ਮਨਜ਼ੂਰ ਹੈ। ਕਿ ਸੋਚ ਲੈ? ਕਿ ਹਾਂ ਜੀ ਮਨਜ਼ੂਰ ਹੈ। ਕਿਤੇ ਰਹਿ ਲਾ। ਆਪ ਜੀ 1923 ਤੋਂ ਲੈ ਕੇ 1927 ਤੱਕ 4 ਸਾਲ, ਕਿਉਂਕਿ 1927 ਦੇ ਵਿੱਚ ਰੇਰੂ ਸਾਹਿਬ ਵਾਲੇ ਮਹਾਂਪੁਰਖ ਸੰਤ ਅਤਰ ਸਿੰਘ ਜੀ ਮਹਾਰਾਜ ਸਰੀਰ ਤਿਆਗੇ। ਇਹ 4 ਸਾਲਾਂ ਦੇ ਦੌਰਾਨ ਆਪ ਜੀ ਨੇ ਹਾਰਮੋਨੀਅਮ ਸਿੱਖਿਆ, ਸੰਥਿਆ ਲਈ, ਧਾਰਮਿਕ ਗ੍ਰੰਥ ਪੜ੍ਹੇ, ਬਾਣੀ ਪੜ੍ਹੀ, ਨਾਮ ਜਪਿਆ। ਪਿਛਲੇ ਜਨਮਾਂ ਦੀ ਕਮਾਈ ਹੋਣ ਕਰਕੇ ਅਵਸਥਾ ਬਹੁਤ ਵਧੀਆ ਹੋ ਗਈ। ਇੰਨੇ ਸਮੇਂ ਦੇ ਦੌਰਾਨ ਇਹਨੇ ਇੱਕ ਦੋਸਤ ਬਣ ਗਿਆ ਸੰਤ ਕਿਸ਼ਨ ਸਿੰਘ ਜੀ ਮਹਾਰਾਜ। ਭਾਵੇਂ ਇਹਨਾਂ ਤੋਂ 10 ਸਾਲ ਵੱਡੇ ਸਨ, ਪਰ ਚਲੋ ਪਿਛਲੇ ਜਨਮਾਂ ਦੇ ਸੰਸਕਾਰਾਂ ਕਾਰਨ ਆਪਸ ਵਿੱਚ ਦੋਸਤ ਹੋ ਗਏ। 1927 ਦੇ ਵਿੱਚ ਜਦੋਂ ਵੱਡੇ ਮਹਾਂਪੁਰਖ ਸਰੀਰ ਤਿਆਗ ਗਏ ਤਾਂ ਫਿਰ ਇਹਨਾਂ ਦੋਨਾਂ ਨੇ ਵੀ ਡੇਰਾ ਛੱਡ ਦਿੱਤਾ। ਅਤੇ ਜਿੱਥੇ ਰਾੜਾ ਸਾਹਿਬ ਹੈ, ਗਿਆਨ ਸਿੰਘ ਰਾੜੇ ਵਾਲੇ ਹੋਏ ਨੇ, ਉਹਨਾਂ ਦੀ ਜ਼ਮੀਨ ਸੀ, ਉਹਦੇ ਚਾਕਰ ਡੇਰੇ ਲਾ ਲੈਣ। ਉਹ ਟਿੱਬੇ ਹੁੰਦੇ ਸੀ, ਰੇਤਰਾ ਇਲਾਕਾ ਹੁੰਦਾ ਸੀ। ਆਪਣੇ ਇੱਥੇ ਆ ਕੇ ਝੌਂਪੜੀ ਪਾ ਲਈ, ਦੋਨੋਂ ਰਹਿਣ ਲੱਗੇ। ਹੌਲੀ ਹੌਲੀ ਸੰਗਤਾਂ ਨੂੰ ਪਤਾ ਲੱਗੀ ਗਿਆ ਵੀ ਇੱਥੇ ਸੰਤ ਮਹਾਤਮਾ ਰਹਿੰਦੇ ਨੇ। ਉਹ ਆਉਣ ਲੱਗ ਪਏ ਭਾਈ, ਆਉਣ ਲੱਗ ਪਏ, ਲੰਗਰ ਪਾਣੀ ਆਉਣ ਲੱਗ ਪਿਆ ਹੈ। ਕੁਝ ਸੇਵਾਦਾਰ ਆ ਗਏ ਨੇ। ਆਪ ਜੀ ਨੇ ਜਦੋਂ ਸਵੇਰੇ ਨਹਾ ਧੋ ਕੇ ਭਜਨ ਬੰਦਗੀ ਕਰਨ ਲੱਗਣਾ, ਚੌਂਕੜੀ ਮਾਰ ਕੇ ਇੱਕ ਸੱਪ ਆ ਕੇ ਫਨੀਅਰ ਫੈਲਾ ਕੇ ਥੋੜ੍ਹੀ ਦੂਰੀ 'ਤੇ ਆ ਕੇ ਬੈਠ ਜਾਂਦਾ ਸੀ। ਕੁਝ ਦਿਨ ਇਸ ਤਰ੍ਹਾਂ ਹੀ ਉਹ ਕਰਦਾ ਰਿਹਾ। ਸੇਵਾਦਾਰ ਕਹਿੰਦੇ ਮਹਾਰਾਜ ਜੀ ਵੀ ਇਹ ਸੱਪ ਰੋਜ਼ ਆਉਂਦਾ, ਕਿਤੇ ਡਾਂਗ ਹੀ ਨਾ ਮਾਰੇ, ਅਸੀਂ ਇਹਨੂੰ ਮਾਰ ਦਈਏ। ਕਹਿੰਦੇ ਨੇ ਇਹਨੂੰ ਕੁਛ ਨਹੀਂ ਕਹਿਣਾ, ਇਹ ਆਪੇ ਮਰ ਜਾਏਗਾ ਕੋਈ ਦਿਨਾਂ ਨੂੰ। ਕੁਝ ਦਿਨਾਂ ਨੂੰ ਸੱਪ ਉੱਥੇ ਬੈਠਾ ਬੈਠਾ ਮਰ ਗਿਆ। ਸੇਵਾਦਾਰ ਪੁੱਛਦੇ ਜੀ ਕੌਣ ਸੀ? ਕਹਿੰਦੇ ਭਾਈ ਇਸ ਇਲਾਕੇ 'ਚ 6ਵੇਂ ਪਾਤਸ਼ਾਹ ਆਏ ਸਨ। ਜਿਹੜੇ ਸਿੱਖ ਸਨ ਉਹਨਾਂ ਨੇ ਪਲੰਗ ਵਿਛਾਇਆ 6ਵੇਂ ਪਾਤਸ਼ਾਹ ਲਈ, ਬਿਸਤਰ ਲਾਇਆ ਵੀ 6ਵੇਂ ਪਾਤਸ਼ਾਹ ਇੱਥੇ ਆ ਕੇ ਬੈਠਣਗੇ।
ਲੋ ਜਿਹੜੇ ਇਸ ਇਲਾਕੇ ਦਾ ਚੌਧਰੀ ਸੀ ਉਹ ਆ ਕੇ ਪਲੰਗ 'ਤੇ ਬਹਿ ਗਏ। ਸਿੱਖਾਂ ਨੇ ਕਿਹਾ ਵੀ ਇਹ ਗੁਰੂ ਮਹਾਰਾਜ ਲਈ ਸੀ ਪਲੰਗ ਡਾਇਆ, ਵੀ ਤੁਹਾਡੇ ਲਈ ਹੋਰ ਬੈੱਡ ਲਾ ਦਿੰਦੇ ਹਾਂ। ਕਿਆ ਨਾ, ਮੈਂ ਤਾਂ ਇੱਥੇ ਬਹਿਣਾ, ਗੁਰੂ ਕੋ ਬਹੁਤਾ ਵੱਡਾ ਹੁੰਦਾ, ਮੈਂ ਤਾਂ ਇੱਥੇ ਬੈਠੂੰਗਾ। ਬੈਠੋ ਰਹੇ। ਸਿੱਖਾਂ ਨੇ ਇੱਕ ਹੋਰ ਪਲੰਗ ਡਾਹਤਾ ਗੁਰੂ ਮਹਾਰਾਜ ਦੇ ਆਉਣ ਤੱਕ। ਗੁਰੂ ਮਹਾਰਾਜ ਆਏ ਨੇ, ਬਾਕੀ ਸਾਰੇ ਸਿੱਖ ਖੜ੍ਹੇ ਹੋ ਗਏ, ਉਹ ਚੌਧਰੀ ਖੜ੍ਹਾ ਨਹੀਂ ਬੈਠਾ ਰਿਹਾ ਆਪਣਾ। ਚਲੋ ਗੁਰੂ ਮਹਾਰਾਜ ਅੱਡ ਪਲੰਗ 'ਤੇ ਬਹਿ ਗਏ, ਸਿੰਘਾਂ ਨਾਲ ਬਚਨ ਬਲਾਸ ਕਰਦੇ ਰਹੇ। ਫਿਰ ਹੁਣ ਅੱਗੇ ਜਿੱਥੇ ਜਾਣਾ ਸੀ ਉਹ ਚਲੇ ਗਏ। ਕਹਿੰਦੇ ਇਹ ਉਹੀ ਚੌਧਰੀ ਹੈ, ਉਦੋਂ ਦਾ ਸੱਪ ਜੂਨੀ 'ਚ ਪਿਆ ਹੋਇਆ। ਹੁਣ ਰੋਜ਼ ਸਾਡੇ ਅੱਗੇ ਤਰਲੇ ਕੱਢਦਾ, ਜੇ ਮੇਰੇ ਤੋਂ ਗਲਤੀ ਹੋ ਗਈ ਵੀ ਮੈਨੂੰ ਇਸ ਜੂਨੀ 'ਚੋਂ ਕੱਢੋ। ਅੱਜ ਇਹ ਜੂਨੀ 'ਤੇ ਆ ਗਿਆ ਹੈ। ਸੋ ਮਨੁੱਖ ਕਈ ਵਾਰੀ ਜਿਹੜਾ ਹੈ ਹਉਮੈ ਕਰਦਾ ਵੀ ਮੈਂ ਬੜੀ ਉੱਚੀ ਪਦਵੀ 'ਤੇ ਹਾਂ, ਵੀ ਗੁਰੂ ਮਹਾਰਾਜ ਪਤਾ ਨਹੀਂ ਮੇਰੇ ਤੋਂ ਨੀਵੇਂ ਨੇ। ਕਈ ਵਾਰੀ ਨਰਾਦਰ ਹੋ ਜਾਂਦਾ ਬੰਦੇ ਤੋਂ, ਅਤੇ ਫਿਰ ਸਾਲਾਂ ਬੱਧੀ ਪਛਤਾਉਂਦਾ ਰਹਿੰਦਾ, ਨਖਿੱਧ ਜੂਨੀਆਂ 'ਚ ਚਲਿਆ ਜਾਂਦਾ ਹੈ। ਸਿਆਣੇ ਕਹਿੰਦੇ ਨੇ ਜੇ ਸਾਧੂ ਕੋਲੇ ਜਾਓ ਅਤੇ ਫਿਰ ਸਤਿਕਾਰ ਨਾਲ ਬੈਠੋ, ਨਹੀਂ ਤਾਂ ਜਾਓ ਹੀ ਨਾ। ਬਜਾਏ ਉੱਥੇ ਜਾ ਕੇ ਕਮੈਂਟਸ ਦੇਣ ਨਾਲੋਂ, ਕੁਛ ਬੋਲਣ ਨਾਲੋਂ ਸਾਧੂ ਨੂੰ ਕਦੇ ਮਖੌਲ ਨਹੀਂ ਕਰੀਦਾ ਹੁੰਦਾ। ਜਾਂ ਤਾਂ ਸਾਧੂ ਕੋਲੇ ਜਾਓ ਹੀ ਨਾ, ਅਤੇ ਜਾਓ ਤਾਂ ਫਿਰ ਪੂਰਾ ਸਤਿਕਾਰ ਕਰੋ, ਨਹੀਂ ਤਾਂ ਆਪਣੇ ਘਰ ਬੈਠੇ ਰਹੋ। ਨਹੀਂ ਚੰਗਾ ਲੱਗਦਾ ਮਤ ਜਾਓ। ਉਹ ਕਿਹੜਾ ਵਾਜਾ ਮਾਰਦੇ ਨੇ ਭਾਈ ਸਾਡੇ ਕੋਲੇ ਆਓ। ਹਰ ਇੱਕ ਬੰਦੇ ਨੇ ਆਪਣੇ ਸਵਾਰਥ ਲਈ ਗੁਰੂ ਕੋਲ, ਸਾਧੂ ਕੋਲ ਜਾਣਾ ਹੁੰਦਾ ਹੈ। ਉਂਝ ਕੋਈ ਨਹੀਂ ਕਿਸੇ ਕੋਲ ਜਾਂਦਾ। ਜੇ ਆਪਾਂ ਗੁਰਦੁਆਰੇ ਵੀ ਜਾਂਦੇ ਹਾਂ ਨਾ, ਕੋਈ ਸਵਾਰਥ ਹੁੰਦਾ ਸਾਡਾ। ਆਉਂਦੇ ਸਾਰੇ ਮੰਗਦੇ ਨਾ ਗੁਰੂ ਤੋਂ, ਫਿਰ ਸਵਾਰਥ ਹੈ ਨਾ। ਨਿਰੇ ਦਰਸ਼ਨਾਂ ਨੂੰ ਕੋਈ ਨਹੀਂ ਜਾਂਦਾ। ਕੀ ਕਹਿਣਾ, ਕਈ ਹਜ਼ਾਰ ਮਗਰ ਕੋਈ ਇੱਕ ਜਾਂਦਾ ਸਿਰ ਦਰਸ਼ਨ ਕਰਨ। ਨਹੀਂ ਤਾਂ ਮੈਂ ਤਾਂ ਜਦੋਂ ਦੀ ਵੀ ਸੁਰਤ ਸੰਭਾਲੀ ਹੈ, ਕਿਸੇ ਵੀ ਗੁਰਦੁਆਰੇ 'ਚ ਗਿਆ, ਜਿਹੜਾ ਵੀ ਮੱਥਾ ਟੇਕਣ ਆਉਂਦਾ ਉਹ ਖੜ੍ਹਾ ਹੱਥ ਜੋੜ ਕੇ ਕੁਛ ਮੰਗ ਰਿਹਾ ਹੁੰਦਾ ਹੈ। ਇਸ ਲਈ ਹਰ ਮਨੁੱਖ ਸਵਾਰਥ ਹੀ ਹੈ, ਇਹ ਸਵਾਰਥ ਕਾਰਨ ਜਾਂਦਾ ਹੈ। ਸੋ ਇਸ ਲਈ ਜਾਓ ਬੜੀ ਖੁਸ਼ੀ ਨਾਲ, ਪਰ ਉੱਥੇ ਜੇ ਬਹਿਣਾ ਆਦਰ ਮਾਂ ਸਤਿਕਾਰ ਸਹਿਤ ਬਹਿਣਾ ਹੈ। ਕੋਈ ਮਨ 'ਚ ਵਿਚਾਰ ਨਹੀਂ ਲਿਆਉਣੇ ਜਿਹਦੇ ਕੋਲ ਤੁਸੀਂ ਗਏ ਉਹਦੇ ਪ੍ਰਤੀ ਕੋਈ ਗਲਤ ਮਿਲਦਾ। ਇਸ ਤਰ੍ਹਾਂ ਜਿਹੜਾ ਕਰਦਿਆਂ ਸਾਲ 2 ਸਾਲ ਬੀਤੇ। ਫਿਰ ਜਿਹੜੀ ਮਾਇਆ ਦੀ ਦੇਵੀ ਲਕਸ਼ਮੀ ਹੈ ਉਹ ਆ ਜਾ ਕਰੇ। ਮਹਾਂਪੁਰਖਾਂ ਬੇਨਤੀ ਹੈ ਸੇਵਾ ਲਓ ਜੀ, ਵੀ ਸੇਵਾ ਲਓ। ਉਹ ਕਹਿੰਦੇ ਵੀ ਦੇਖ ਸਾਨੂੰ ਨਹੀਂ ਮਾਇਆ ਚਾਹੀਦੀ, ਅਸੀਂ ਤਾਂ ਕਥਾ ਕੀਰਤਨ ਕਰਨਾ, ਦੇਸਾਂ ਵਿਦੇਸਾਂ 'ਚ ਜਾਣਾ। ਅਸੀਂ ਤਾਂ ਜੇ ਤੇਰੇ ਤੋਂ ਸੇਵਾ ਲਈ ਤਾਂ ਬਿਲਡਿੰਗਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ, ਉਹਦਾ ਕੌਣ ਪ੍ਰਬੰਧ ਕਰੇਗਾ? ਉਹਦਾ ਕੌਣ ਪ੍ਰਬੰਧ ਕਰੇਗਾ? ਨਹੀਂ ਜੀ ਕੋਈ ਸੇਵਾ ਲਓ। ਕਈ ਦਿਨ ਕਰਦੀ ਰਹੀ ਉਹ। ਇੱਕ ਦਿਨ ਆਪ ਜੀ ਸੰਤ ਕਿਸ਼ਨ ਸਿੰਘ ਨੂੰ ਕਹਿੰਦੇ, ਕਿਸ਼ਨ ਸਿੰਘ ਮਾਇਆ ਬੜਾ ਜ਼ੋਰ ਪਾ ਰਹੀ ਹੈ ਵੀ ਸੇਵਾ ਲਓ। ਕਹਿੰਦੇ ਲੈ ਲਓ ਜੀ ਸੇਵਾ। ਕਹਿੰਦੇ ਦੇਖ ਭਾਈ ਇੱਥੇ ਤਾਂ ਬਿਲਡਿੰਗਾਂ ਬਣਨਗੀਆਂ, ਇੱਥੇ ਬੜੇ ਬੜੇ ਲੰਗਰ ਚੱਲਣੇ ਨੇ, ਇੱਥੇ ਤਾਂ ਸਕੂਲ ਖੁੱਲ੍ਹਣਗੇ, ਬੜਾ ਕੋਈ ਬਣੇਗਾ, ਅਤੇ ਸਾਡੇ ਕੋਲ ਤਾਂ ਟਾਈਮ ਹੈ ਨਹੀਂ। ਕਹਿੰਦੇ ਕੋਈ ਨਹੀਂ ਮੈਂ ਆਪੇ ਸੰਭਾਲ ਲਾਂਗਾ ਜੀ। ਚਲੋ ਅਗਲੇ ਦਿਨ ਲਕਸ਼ਮੀ ਆਈ, ਕਹੇ ਚੰਗਾ ਭਾਈ ਕਰ ਜਾ ਸੇਵਾ। ਅਤੇ ਬਸ ਫਿਰ ਸੰਗਤ ਧੜਾ ਧੜ ਮਾਇਆ ਲਿਆਉਣ ਲੱਗ ਪਏ। ਅਤੇ ਜਿਹੜੇ ਕਦੇ ਰਾੜਾ ਸਾਹਿਬ ਗਏ, ਦੇਖੋ ਕਿੰਨੀਆਂ ਬਿਲਡਿੰਗਾਂ ਉੱਤੇ ਕੀ ਕੁਛ ਬਣ ਗਿਆ ਸਮਾਂ ਪਾ ਕੇ। ਚਲੋ ਖੈਰ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਆਪਣੀ ਡਿਊਟੀ ਨਿਭਾਉਂਦੇ ਰਹੇ। ਮਗਰੋਂ ਇੱਕ ਵਾਰੀ ਉਦੋਂ ਅਜੇ ਸੰਤ ਕਰਕੇ ਬਹੁਤਾ ਪ੍ਰਸਿੱਧ ਨਹੀਂ ਸਨ ਹੋਏ, ਨਾ ਹੀ ਕੋਈ ਕੋਲ ਅਜੇ ਗੱਡੀ ਸੀ। ਪਹਿਲਾਂ ਤਾਂ ਉਦੋਂ ਕਾਰਾਂ ਹੀ ਬਹੁਤ ਘੱਟ ਹੁੰਦੀਆਂ ਸਨ, ਕਾਰਾਂ ਹੀ ਬਹੁਤ ਘੱਟ ਹੁੰਦੀਆਂ। ਇਹ ਕਾਰਾਂ ਤਾਂ 20-25 ਸਾਲਾਂ ਤੋਂ ਜ਼ਿਆਦਾ ਹੋਈਆਂ, ਪਹਿਲਾਂ ਬਹੁਤ ਘੱਟ ਹੁੰਦੀਆਂ ਸਨ ਕਾਰਾਂ, ਅਤੇ ਉਹਨਾਂ ਵੇਲੇ ਤਾਂ ਹੋਰ ਵੀ ਘੱਟ ਸਨ। ਇਸ ਲਈ ਆਪ ਜੀ ਪੈਦਲ ਹੀ ਜਾਇਆ ਕਰਦੇ ਸੀ ਜਿੱਥੇ ਜਾਂਦੇ ਸਨ। ਇੱਕ ਨੇ ਢੋਲਕੀ ਚੱਕੀ ਹੈ, ਇੱਕ ਨੇ ਆਪਣਾ ਬਾਜਾ ਚੱਕਬਨ ਚੱਕਿਆ ਹੋਇਆ ਹੈ। ਰਾਜਪੁਰੇ ਦੇ ਨਜ਼ਦੀਕ ਇੱਕ ਪਿੰਡ ਹੈ ਮੰਡਿਆਣਾ, ਉੱਥੇ ਪ੍ਰੋਗਰਾਮ ਸੀ।
ਉੱਥੇ ਕਥਾ ਕੀਰਤਨ ਕਰਕੇ ਵਾਪਸ ਆ ਰਹੇ ਨੇ। ਇਹਨੇ ਜਦੋਂ ਗਰਮੀ ਹੋ ਗਈ, ਦੁਪਹਿਰ ਹੋ ਗਈ, ਤੁਰੇ ਜਾ ਰਹੇ ਨੇ। ਸੰਤ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ ਵੀ ਕਿਸ਼ਨ ਸਿਆਂ, ਆਪਾਂ ਹੈਗੇ ਵਿਹੰਗਮ, ਆਪਾਂ ਮਾਇਆ ਕੋਲ ਰੱਖਦੇ ਨਹੀਂ ਹੈਗੇ। ਅੱਜ ਗਰਮੀ ਬਹੁਤ ਹੈ, ਜੇ ਪੈਸੇ ਹੁੰਦੇ ਰਾਜਪੁਰੇ ਜਾ ਕੇ ਲੱਸੀ ਪੀਂਦੇ, ਉਦੋਂ ਮਿੱਠੀ ਲੱਸੀ ਪੀਆ ਕਰਦੇ ਸੀ, ਚਾਹ ਦਾ ਰਿਵਾਜ ਨਹੀਂ ਸੀ ਉਹਨਾਂ ਨੂੰ। ਚਾਹ ਤਾਂ ਸਾਡੇ ਘਰ 'ਚ 1954 'ਚ ਜਾ ਕੇ ਬਣੀ ਸੀ, 47 'ਚ ਦੇਸ਼ ਆਜ਼ਾਦ, 7 ਸਾਲ ਬਾਅਦ ਬਣੀ। ਉਹ ਵੀ ਸਾਨੂੰ ਮਜਬੂਰੀ 'ਚ ਬਣਾਉਣੀ ਪਈ ਕਿ ਮਾਲਵੇ ਦਾ ਇਲਾਕਾ ਸੀ ਅਤੇ ਮਜ਼ਦੂਰ ਸਾਡੇ ਲੱਗਦੇ ਨਹੀਂ ਸੀ। ਕਦੇ ਨਾ ਤੁਸੀਂ ਤਾਂ ਲੱਸੀ ਪੀਣਾ, ਸਾਡੇ ਤਾਂ ਗੋਡੇ ਖੜ੍ਹ ਜਾਣਗੇ, ਅਸੀਂ ਨਹੀਂ ਤੁਹਾਡੇ ਆਉਂਦੇ, ਸਾਨੂੰ ਚਾਹ ਪਿਲਾਇਆ ਕਰੋ। ਤਾਂ ਸਾਡੀ ਮਜਬੂਰੀ 'ਚ 1954 ਸਾਡੇ ਘਰ ਪਹਿਲੀ ਵਾਰੀ ਚਾਹ ਬਣੀ। ਖੈਰ, ਸੋ ਕਹਿੰਦੇ ਭਾਈ ਕਿਸ਼ਨ ਸਿਆਂ, ਜੇ ਪੈਸੇ ਹੁੰਦੇ ਰਾਜਪੁਰੇ ਜਾ ਕੇ ਲੱਸੀ ਪੀਂਦੇ। ਅਜੇ ਇੰਨੀ ਕਿਹਾ, ਇੱਕ ਨਿਹੰਗ ਬਾਣੇ 'ਚ ਮਗਰੋਂ ਬੰਦਾ ਭੱਜਿਆ ਆ ਰਿਹਾ, ਉਹਨਾਂ ਦੇ ਸਾਹਮਣੇ ਅੱਗੇ ਹੋ ਕੇ ਸੰਤ ਈਸ਼ਰ ਸਿੰਘ ਮਹਾਰਾਜ ਦੇ ਚਰਨਾਂ 'ਤੇ 10 ਰੁਪਈਏ ਮੱਥਾ ਟੇਕਦਾ। ਕਹਿੰਦਾ ਆ ਲਓ ਮਹਾਰਾਜ। ਉਹ ਕਹਿੰਦੇ ਭਾਈ ਇਹ ਕਾਹਦੇ? ਕਹਿ ਜੀ ਮੈਂ ਨਾ ਪ੍ਰਤਿੱਗਿਆ ਕੀਤੀ ਸੀ ਕਿ ਜਦੋਂ ਮੈਨੂੰ ਪਹਿਲੀ ਵਾਰ ਸੰਤ ਈਸ਼ਰ ਸਿੰਘ ਮਹਾਰਾਜ ਦੇ ਦਰਸ਼ਨ ਹੋਣਗੇ, ਮੈਂ ਉਹਨਾਂ ਨੂੰ 10 ਰੁਪਈਏ ਭੇਟ ਕਰਾਂਗਾ। ਅੱਜ ਮੈਂ ਇਸ ਪਿੰਡ 'ਚੋਂ ਲੰਘ ਰਿਹਾ ਸੀ, ਮੈਨੂੰ ਪਤਾ ਲੱਗਾ ਵੀ ਤੁਸੀਂ ਦੀਵਾਨ ਲਾ ਕੇ ਵਾਪਸ ਜਾ ਰਹੇ ਹੋ, ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੱਥੇ? ਕਹਿੰਦੇ ਉਹ ਜਿਹੜੇ 2 ਜਾ ਰਹੇ ਨੇ ਉਹਨਾਂ 'ਚ ਸੰਤ ਈਸ਼ਰ ਸਿੰਘ ਮਹਾਰਾਜ ਨੇ। ਕਹਿੰਦੇ ਮੈਂ ਉਹਨਾਂ ਪਿੰਡ ਵਾਲਾ ਪੁੱਛਿਆ ਵੀ ਮੈਂ ਤਾਂ ਉਹਨਾਂ ਨੂੰ ਕਦੇ ਦੇਖਿਆ ਨਹੀਂ। ਕਹਿੰਦੇ ਦੋਨਾਂ ਜਿਹੜਾ ਛੋਟੀ ਉਮਰ ਦਾ ਹੋਵੇ ਨਾ ਦੇਖਣ ਨੂੰ, ਉਹ ਸੰਤ ਈਸ਼ਰ ਸਿੰਘ ਹੋਏਗਾ। ਕਹਿੰਦਾ ਮੈਂ ਇਸ ਲਈ ਭੱਜਿਆ ਆਇਆ ਹਾਂ ਵੀ ਮੈਂ ਦੇਖਿਆ ਤੁਸੀਂ ਇਹਨਾਂ ਨਾਲ ਛੋਟੀ ਉਮਰ ਦੇ ਹੋ, ਅਤੇ ਲਓ 10 ਰੁਪਈਏ। ਸੰਤ ਈਸ਼ਰ ਸਿੰਘ ਜੀ ਕਹਿੰਦੇ ਜਦੋਂ ਮੈਂ 10 ਰੁਪਏ ਹੱਥ 'ਚ ਫੜੇ ਨਾ, ਉਹ ਬੰਦਾ ਅਲੋਪ ਹੋ ਗਿਆ। ਮੈਂ ਕਿਹਾ ਕਿਸ਼ਨ ਸਿਆਂ ਕੁਝ ਹੋਰ ਹੀ ਮੰਗ ਲੈਂਦੇ। ਤਾਂ ਗੁਰਬਾਣੀ ਕਹਿੰਦੀ ਹੈ ਜੋ ਆਪਾਂ ਮੰਗ ਰਹੇ ਨਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਜਿਹੜੇ ਪਹੁੰਚੇ ਹੋਏ ਸਾਧੂ ਮਹਾਤਮਾ ਨੇ, ਉਹਨਾਂ ਨੂੰ ਮੰਗਦੇ ਸਾਰ ਹੀ ਮਿਲ ਜਾਂਦਾ ਹੈ। ਆਪਾਂ ਨੂੰ ਦੇਰ ਨਾ ਮਿਲੇਗਾ, ਇਸ ਜਨਮ 'ਚ ਮਿਲੇ, ਅਗਲੇ 'ਚ ਮਿਲੇ, ਅਗਲੇ 'ਚ ਮਿਲੇ, ਅਗਲੇ 'ਚ ਮਿਲੇ। ਜੋ ਤੁਸੀਂ ਅੱਜ ਮੰਗਿਆ ਇਹ ਤੁਹਾਨੂੰ ਮਿਲਣਾ ਤਾਂ ਹੈ ਹੀ ਹੈ, ਨਹੀਂ ਤਾਂ ਬਾਣੀ ਗਲਤ ਹੋ ਜਾਏਗੀ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਉਹ ਮਿਲਣਾ ਤਾਂ ਹੈ। ਇੰਨੇ ਸੰਤ ਮਹਾਤ ਨੂੰ ਤੁਰੰਤ ਮਿਲ ਜਾਂਦਾ, ਸਾਡੇ ਵਰਗਿਆਂ ਨੂੰ ਦੇਰ ਨਾਲ ਮਿਲਦਾ। ਇਸ ਲਈ ਮੰਗਣਾ ਬੜੇ ਧਿਆਨ ਨਾਲ ਹੈ। ਜੋ ਮੰਗੋਗੇ ਉਹ ਸਮਾਂ ਪਾ ਕੇ ਮਿਲਣਾ ਹੀ ਮਿਲਣਾ ਹੈ। ਚਲੋ ਰਾਜਪੁਰੇ ਆਏ, ਲੱਸੀ ਪੀਤੀ, ਟਿਕਟ ਲਈ, ਆਪਣੇ ਜਿਹੜੇ ਗੱਡੀ ਦੇ ਚੜੇ ਤਬਲਾਨ ਸਾਹਿਬ ਆ ਕੇ ਵਾਪਸ ਆਏ। ਇਸ ਤਰ੍ਹਾਂ ਇੱਕ ਵਾਰੀ ਇੱਕ ਫੌਜੀ ਸੀ ਰਤਨ ਸਿੰਘ, ਉਹ ਪੰਜਾਬ ਦਾ ਹੀ ਸੀ ਅਤੇ ਕਲਕੱਤੇ ਫੌਜ ਭਰਤੀ ਸੀ। ਉਹਨੂੰ ਹੋ ਗਈ ਟੀਬੀ ਵਧਦਿਆਂ 3 ਦਰਜੇ ਦੀ ਹੋ ਗਈ। ਡਾਕਟਰ ਉਹਨਾਂ ਨੇ, ਜਿਹੜੇ ਫੌਜੀ ਡਾਕਟਰ ਹੁੰਦੇ ਹਸਪਤਾਲਾਂ 'ਚ, ਉਹ ਕਹਿੰਦੇ ਭਾਈ ਤੂੰ ਨਹੀਂ ਬਚ ਸਕਦਾ, ਵੀ ਤੂੰ ਨਾ ਕਿਤੇ ਧਾਰਮਿਕ ਸਥਾਨ 'ਤੇ ਚਲੇ ਜਾ। ਕਿਉਂ ਡਾਕਟਰ ਹਿੰਦੂ ਸਨ, ਹਿੰਦੂ ਵਿਸ਼ਵਾਸ ਅਨੁਸਾਰ ਵੀ ਜੇ ਤੁਸੀਂ ਕਿਸੇ ਧਾਰਮਿਕ ਸਥਾਨ 'ਤੇ ਸਰੀਰ ਤਿਆਗੋਗੇ ਤਾਂ ਸ਼ਾਇਦ ਚੰਗੀ ਜੂਨੀ 'ਚ ਚਲੇ ਜਾਓ। ਸਿੱਖ ਧਰਮ ਇਸ ਗੱਲ ਨੂੰ ਨਹੀਂ ਮੰਨਦਾ। ਸਿੱਖ ਧਰਮ ਕਹਿੰਦਾ ਸਥਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜਾਣਾ ਅਸੀਂ ਆਪਣੇ ਕਰਮਾਂ ਅਨੁਸਾਰ ਹੈ। ਆਪਣੇ ਕਰਮਾਂ ਅਨੁਸਾਰ ਅਸੀਂ ਸਵਰਗਾਂ ਨੂੰ ਜਾਣਾ, ਆਪਣੇ ਕਰਮਾਂ ਅਨੁਸਾਰ ਅਸੀਂ ਨਰਕਾਂ ਨੂੰ ਜਾਣਾ। ਤਾਂ ਕਹਿੰਦੇ ਉਹ ਪਟਨਾ ਸਾਹਿਬ ਆ ਗਿਆ, ਉਹਨਾਂ ਦੇ ਕਹਿਣ 'ਤੇ ਪਟਨਾ ਸਾਹਿਬ ਆ ਗਿਆ। ਅਤੇ ਇੱਕ ਉਹਨੇ ਟਰੱਕ ਡਰਾਈਵਰ ਨਾਲ ਗੱਲ ਕੀਤੀ। ਉਹ ਕਹਿੰਦਾ ਵੀ ਸਾਡੇ ਇਲਾਕੇ 'ਚ ਨਾ ਸੰਤ ਈਸ਼ਰ ਸਿੰਘ ਮਹਾਰਾਜ ਰਹਿੰਦੇ ਰਾੜਾ ਸਾਹਿਬ, ਉਹ ਬਹੁਤ ਪਹੁੰਚੇ ਹੋਏ ਸਾਧੂ ਨੇ, ਵੀ ਮੈਂ ਉੱਧਰ ਹੀ ਟਰੱਕ ਲੈ ਕੇ ਚੱਲਿਆ, ਮੈਂ ਤੇਰੇ ਵਿੱਚ ਬਿਠਾ ਕੇ ਲੈ ਜਾਣਾ
ਤੇ ਉੱਥੇ ਡੇਰੇ ਲਾ ਦਿਆਗਾ, ਆਪਣਾ ਦੁੱਖ ਦੱਸੀ, ਸ਼ਾਇਦ ਕੋਈ ਗੱਲ ਬਣ ਜਾਏ। ਡਾਕਟਰ ਤੈਨੂੰ ਜਵਾਬ ਦਿੱਤਾ, ਹੁਣ ਇੱਥੇ ਬੈਠਾ ਕੀ ਕਰੇਂਗਾ। ਉਹਨੂੰ ਗੱਲ ਜੱਚ ਗਈ, ਉਹ ਨਾਲ ਆ ਗਿਆ। ਕਹਿੰਦਾ ਉਹਨੇ ਡੇਰੇ ਦੇ ਅੱਗੇ ਲਾਤਾ ਕਿ ਅੱਗੇ ਮਹਾਂਪੁਰਖ ਹੋਣਗੇ, ਉਹਨਾਂ ਤੋਂ ਮਿਲ ਲੈ। ਕੁਦਰਤੀ ਮਹਾਂਪੁਰਖ ਦੀ ਕੁਰਸੀ ਲੱਗੀ ਸੀ, ਭਾਵ ਸੰਗਤ ਮਿਲ ਰਹੀ ਸੀ ਉਹਨਾਂ ਨੂੰ। ਮਹਾਂਪੁਰਖ ਬੈਠ, ਉਹ ਵੀ ਜਾ ਕੇ ਮਿਲਿਆ। ਕਹਿੰਦਾ ਜੀ ਮੈਂ ਕਲਕੱਤੇ ਤੋਂ ਆਇਆ, ਮੈਂ ਫੌਜ ਦੇ ਵਿੱਚ ਆ ਉੱਥੇ, ਅਤੇ ਮੈਨੂੰ ਹੋ ਗਈ TB। ਅਤੇ ਉਹਨਾਂ ਮੈਨੂੰ ਕਿਹਾ ਵੀ ਤੂੰ ਪਟਨਾ ਸਾਹਿਬ ਚਲਿਆ ਜੇ, ਧਾਰਮਿਕ ਸਥਾਨ 'ਤੇ। ਉੱਥੇ ਮੈਨੂੰ ਇੱਕ ਤੁਹਾਡਾ ਸ਼ਰਧਾਲੂ ਮਿਲ ਪਿਆ ਸੀ, ਉਹ ਮੈਨੂੰ ਇੱਥੇ ਲਾਇਆ, ਕਹਿੰਦਾ ਵੀ ਤੂੰ ਮਹਾਂਪੁਰਖਾਂ ਨਾਲ ਗੱਲਬਾਤ ਕਰ ਲੈ। ਉਹ ਕਹਿੰਦੇ ਭਾਈ ਦੇਖ, ਤੈਨੂੰ ਇਹ TB, ਤੂੰ ਆਪਣਾ ਮੂੰਹ ਢੱਕ ਕੇ ਹਮੇਸ਼ਾ ਰੱਖਣਾ, ਕਿ ਸਾਹ ਤੋਂ ਦੂਜਿਆਂ ਨੂੰ ਵੀ ਹੋ ਸਕਦੀ ਹੈ। ਅਤੇ ਆਹ ਮੂਲ ਮੰਤਰ ਦਾ ਤੂੰ ਜਾਪ ਕਰਦੇ ਰਿਹਾ ਕਰਨਾ, ਜਿੰਨੀ ਝਾੜੂ ਝੂੜੂ ਫੇਰਨ ਦੀ ਤੇਰੇ ਤੋਂ ਸੇਵਾ ਹੋ ਸਕੇ ਉਹ ਸੇਵਾ ਕਰਿਆ ਕਰ, ਅਤੇ ਮੂਲ ਮੰਤਰ ਦਾ ਜਾਪ ਕਰਦਾ ਰਿਹਾ ਕਰ। ਅਤੇ ਉਹਨੂੰ ਇੱਕ ਕਮਰਾ ਅੱਡ ਦੇ ਦਿੱਤਾ, ਪਈ ਤੂੰ ਰਹਿ, ਲੰਗਰ ਪਾਣੀ ਛਕ ਲਿਆ ਕਰ, ਗੁਰੂ ਮਹਾਰਾਜ ਸ਼ਾਇਦ ਕਿਰਪਾ ਕਰ ਦੇਣ। ਉਹ ਦੇਖੋ ਜੀ, ਨਾਲੇ ਝਾੜੂ ਫੇਰਦਾ ਹੈ, ਪਾਣੀ ਪੂਣੀ ਤਰੌਂਕਦਾ ਹੈ, ਬਾਕੀ ਆਪਣਾ ਹਰ ਵਕਤ ਮੂਲ ਮੰਤਰ ਦਾ ਜਾਪ ਕਰਦਾ ਰਹਿੰਦਾ। ਜਦ 2 ਮਹੀਨੇ ਬੀਤੇ, ਮਹਾਂਪੁਰਖਾਂ ਨੇ ਸੇਵਾਦਾਰਾਂ ਦੀ ਡਿਊਟੀ ਲਾਈ ਕਿ ਭਾਈ ਇਹਨੂੰ ਨਾ ਲੁਧਿਆਣੇ CMC ਹਸਪਤਾਲ ਹੈ, ਉੱਥੇ ਲੈ ਜਾਓ ਤੁਸੀਂ, ਉੱਥੇ ਨੂੰ ਵਿਖਾ ਕੇ ਲਿਓ ਇਹਦੀ TB। ਉੱਥੇ ਲੈ ਗਏ, ਉਹਨਾਂ ਸਾਰਾ ਚੈੱਕ ਕੀਤਾ, ਕਹਿੰਦੇ ਉਹਨੂੰ ਤਾਂ ਕੋਈ TB ਨਹੀਂ ਹੈ, ਕਹਿੰਦੇ ਕੋਈ TB ਨਹੀਂ। ਉਹਨਾਂ ਸਰਟੀਫਿਕੇਟ ਦਿੱਤਾ ਹੈ ਜੋ ਦੇਣਾ ਸੀ ਡਾਕਟਰ ਨੂੰ, ਇਹਨੂੰ ਕੋਈ TB ਨਹੀਂ ਹੈ। ਉਹ ਲਿਖਾ ਕੇ ਡਾਕਟਰਾਂ ਦੇ ਲੈ ਵੀ ਕੋਈ TB ਨਹੀਂ। ਮਹਾਂਪੁਰਖ ਕਹਿੰਦੇ ਭਾਈ ਗੁਰੂ ਨਾਨਕ ਨੇ ਤੈਨੂੰ ਠੀਕ ਕਰ ਦਿੱਤਾ ਹੈ, ਅਜੇ ਫੌਜ ਵਾਲਿਆਂ ਤੇਰਾ ਨਾਮ ਨਹੀਂ ਕੱਟਿਆ, ਤੇਰਾ ਨਾਮ ਚੱਲ ਰਿਹਾ, ਤੂੰ ਵਾਪਸ ਕਲਕੱਤੇ ਚਲੇ ਜਾ। ਇਹ ਵਿਖਾ ਦੀ ਸਰਟੀਫਿਕੇਟ ਡਾਕਟਰਾਂ ਨੂੰ। ਹੁਣ ਡਾਕਟਰਾਂ ਨੇ ਤਾਂ ਕਿਹਾ ਸੀ ਕੁਝ ਕੁ ਦਿਨ ਜੰਮੇਗਾ। ਉਹ ਜਦੋਂ ਉੱਥੇ ਵਾਪਸ ਗਿਆ, ਉਹ ਡਾਕਟਰ ਬੜੇ ਹੈਰਾਨ ਵੇਖ ਕੇ ਕਹਿੰਦੇ ਤੂੰ ਅਜੇ ਜਿਉਣਾ। ਉਹ ਤਾਂ ਸੋਚਿਆ ਵਿਚਾਰਾ ਮਰ ਮੁਰ ਗਿਆ ਹੁਣ। ਕਹਿੰਦਾ ਰਤਨ ਸਿੰਘ ਤੂੰ ਅਜੇ ਜਿਉਣਾ। ਕਹਿੰਦਾ ਮੈਂ ਚੰਗਾ ਪਹਿਲਾਂ ਆਹ ਦੇਖੋ ਸਰਟੀਫਿਕੇਟ। ਉਹਨਾਂ ਪੁਰਾਣੇ ਕੱਢੇ, ਦੋਨੋਂ ਮਿਲਾਏ, ਉਹ ਤਾਂ ਹੱਕੇ ਬੱਕੇ ਰਹਿ ਗਏ, ਮੈਨੂੰ ਤਾਂ ਕੁਛ ਵੀ ਨਹੀਂ ਹੈ। ਹੁਣ ਦੁਬਾਰਾ ਚੈੱਕ ਕੀਤਾ, ਉਸ ਨੂੰ ਚੈੱਕ ਕੀਤਾ ਤਾਂ ਕੋਈ TB ਨਹੀਂ ਹੈ। ਉਹਨੂੰ ਵੀ ਸਰਟੀਫਿਕੇਟ ਦਿੱਤਾ, ਇਹਨੂੰ ਕੋਈ TB ਨਹੀਂ ਹੈ। ਅਤੇ ਉਹ ਫੌਜ ਲੈ ਉਹਨੂੰ ਦੁਬਾਰਾ ਆਪਣੀ ਡਿਊਟੀ 'ਤੇ ਰੱਖ ਲਿਆ। ਸੋ ਇਹ ਹੈ ਸਾਧੂ, ਇਹਨੂੰ ਕਹਿੰਦੇ ਸਾਧੂ। ਤੁਸੀਂ ਕਿਹਾ ਮੂਲ ਮੰਤਰ ਦਾ ਅਸੀਂ ਵੀ ਬੜੇ ਜਾਪ ਕਰਦੇ ਹਾਂ ਜੀ। ਖਿਆਲ ਰੱਖਣਾ, ਠੀਕ ਹੈ। ਮੂਲ ਮੰਤਰ ਸ਼ਕਤੀ ਹੈ, ਬਾਣੀ ਹੈ, ਇਸ 'ਚ ਕੋਈ ਸ਼ੱਕ ਨਹੀਂ। ਪਰ ਜਦੋਂ ਸਾਧੂ ਉਹੀ ਸ਼ਬਦ ਦੇਣਗੇ ਤਾਂ ਇੱਕ ਤਾਂ ਗੁਰੂ ਮਹਾਰਾਜ ਹੋ ਗਏ ਸ਼ਕਤੀ, ਇੱਕ ਉਹ ਸਾਧੂ ਦੀ ਨਾਲ ਸ਼ਕਤੀ ਹੋ ਜਾਂਦੀ ਹੈ। ਜਿੱਥੇ ਫਿਰ 2 ਸ਼ਕਤੀਆਂ ਇਕੱਠੀ ਉੱਥੇ ਕਾਰਜ ਰਾਸ ਹੋਣਾ ਹੁੰਦਾ ਹੈਗਾ। ਨਾਲੇ ਸਾਧੂਆਂ ਨੂੰ ਪਤਾ ਹੁੰਦਾ ਹੁਣ ਵੀ ਕਿਸ ਪਾਠ ਨਾਲ ਇਹ ਠੀਕ ਹੋਵੇਗਾ, ਉਹ ਠੀਕ ਹੋ ਗਿਆ। ਇਸ ਤਰ੍ਹਾਂ ਇਸੇ ਤਰ੍ਹਾਂ ਹੀ ਕਵੱਦੀ ਪਿੰਡ ਸੀ ਲੁਧਿਆਣੇ ਜ਼ਿਲ੍ਹੇ 'ਚ, ਇਹੋ ਜਿਹੇ ਨਾਂ ਕਵੱਦੀ ਜਵੱਦੀ ਇਸ ਤਰ੍ਹਾਂ ਨਾਮ ਨੇ ਉੱਥੇ ਪਿੰਡਾਂ ਦੇ। ਉੱਥੇ ਇੱਕ ਹਰਨਾਮ ਸਿੰਘ ਸੀ ਮਿਸਤਰੀ, ਉਹ ਪੈੜ 'ਤੇ ਚੜ੍ਹਿਆ ਹੋਇਆ ਸੀ, ਜਿਵੇਂ ਚੁਣਾਈ ਕਰ ਰਿਹਾ ਬੰਦਾ ਕੰਨ ਦੀ ਪੈੜ ਬਣੀ ਇਹਦੇ ਨਾਲ। ਉਹ ਤੋਂ ਅਚਾਨਕ ਉਹ ਡਿੱਗ ਪਿਆ, ਹੇਠਾਂ ਡਿੱਗਿਆ, ਉਹਦੀ ਰੀੜ੍ਹ ਦੀ ਹੱਡੀ ਟੁੱਟ ਗਈ। ਚਲੋ ਉਹ ਤਾਂ ਮੰਜੇ 'ਤੇ ਪੈ ਗਿਆ। ਹੁਣ ਮਜ਼ਦੂਰ ਬੰਦਾ ਕਮਾਏਗਾ ਅਤੇ ਖਾਏਗਾ ਨਹੀਂ। ਇੱਥੇ ਤਾਂ ਇੱਕ ਮਣਕਾ ਖਰਾਬ ਜੇ ਤਾਂ ਨਹੀਂ ਤੁਰ ਹੁੰਦਾ ਉੱਠ ਹੁੰਦਾ, ਉਹ ਤਾਂ ਹੱਡੀ ਟੁੱਟ ਗਈ ਹੈ। ਚਲੋ ਘਰ ਦੇ ਜੀ ਮੰਜੇ 'ਤੇ ਪਾ ਕੇ ਉਸਨੂੰ, ਕੋਈ ਤੁਰ ਤਾਂ ਸਕਦਾ ਨਹੀਂ ਸੀ, ਅਤੇ ਆਵਾਜਾਈ ਦੇ ਸਾਧਨ ਨੂੰ ਮੰਜੇ 'ਤੇ ਪਾ ਕੇ ਗੱਡੇ 'ਤੇ ਰੱਖਿਆ ਮੰਜੇ 'ਤੇ ਉਹਨੂੰ ਪਾ ਕੇ ਅਤੇ ਮਹਾਂਪੁਰਖਾਂ ਕੋਲ ਰਾੜਾ ਸਾਹਿਬ ਲਾਏ। ਕਹਿ ਜੀ ਆਹ ਗੱਲ ਹੋ ਗਈ ਹੈ, ਅਤੇ ਇਹਦਾ ਰੀੜ੍ਹ ਦੀ ਹੱਡੀ ਟੁੱਟ ਗਈ ਹੈ। ਮਹਾਂਪੁਰਖਾਂ ਨੇ ਉਹਨੂੰ ਸ਼ਬਦ ਦਿੱਤਾ ਵੀ ਇਸ ਸ਼ਬਦ ਦਾ ਤੂੰ ਜਾਪ ਕਰਿਆ ਕਰ।
ਉਹ ਅਜੇ ਚਲੀਹਾ ਪੂਰਾ ਨਹੀਂ ਸੀ ਹੋਇਆ, ਉਹਦੀ ਕੜਕ ਕਰਕੇ ਹੱਡੀ ਜੁੜ ਗਈ। ਉਹਨੂੰ ਆਵਾਜ਼ ਆਈ, ਲੇਟੇ ਹੋਏ ਨੂੰ ਕੜਕ ਦੀ ਆਵਾਜ਼ ਆਈ। ਉਹਨੂੰ ਹੋ ਗਿਆ ਮੇਰੀ ਹੱਡੀ ਜੁੜ ਗਈ ਹੈ। ਉਹਨੇ ਪਾਸਾ ਪਲਟ ਕੇ ਵੇਖਿਆ, ਪਾਸਾ ਪਲਟਿਆ ਗਿਆ। ਉਹਨੂੰ ਬੜਾ ਹੌਸਲਾ ਹੋ ਗਿਆ। ਉਹਨੇ ਘਰ ਦੇ ਜੀਆਂ ਨੂੰ ਆਵਾਜ਼ ਮਾਰੀ, ਕਹਿੰਦੇ ਮੈਨੂੰ ਐਂ ਲੱਗਦਾ ਮੇਰੀ ਹੱਡੀ ਜੁੜ ਗਈ ਹੈ। ਅਤੇ ਉਹ ਕਹੇ ਭਾਈ ਜੇ ਜੁੜ ਗਏ ਫਿਰ ਬੈਠ। ਉਹ ਉੱਠ ਕੇ ਬੈਠਾ ਹੋ ਗਿਆ। ਦੇਖੋ ਟੁੱਟੀ ਹੋਈ ਹੱਡੀ ਦਾ ਛੇਤੀ ਛੇਤੀ ਡਾਕਟਰਾਂ ਤੋਂ ਵੀ ਠੀਕ ਨਹੀਂ ਹੁੰਦਾ, ਪਰ ਜਿਹੜੇ ਪਹੁੰਚੇ ਮਹਾਂਪੁਰਖ ਨੇ ਉਹਨਾਂ ਨੇ ਕੁਝ ਦਿਨਾਂ ਦੇ ਵਿੱਚ ਪਾੜ ਦੇ ਕੇ ਉਹਨੂੰ ਨੌ ਬਰਨੋਂ ਕਰਤਾ। ਉਹ ਦੁਬਾਰਾ ਆਪਣੀ ਡਿਊਟੀ 'ਤੇ ਜਾਣ ਲੱਗ ਪਿਆ, ਵਿਸਤ੍ਰਿਤਪਣਾ ਕਰਨ ਲੱਗ ਪਿਆ। ਸੰਗਰੂਰ ਜ਼ਿਲ੍ਹੇ 'ਚ ਇੱਕ ਕੁੱਪ ਪਿੰਡ ਹੈ, ਰੇਲਵੇ ਸਟੇਸ਼ਨ ਵੀ ਹੈ। ਉੱਥੇ ਗੰਨਾ ਬੀਜਿਆ ਇਸ ਪਿੰਡ ਵਾਲਿਆਂ ਨੇ ਆਪਣੇ ਖੇਤਾਂ 'ਚ। ਕੋਈ ਇੱਕ ਸਾਧੂ ਲੰਘਿਆ, ਉਹਨੂੰ ਭੁੱਖ ਲੱਗੀ, ਉਹਨੇ ਇੱਕ ਗੰਨਾ ਪੱਟ ਲਿਆ। ਗੰਨਾ ਪੱਟ ਕੇ ਝੂਪਣ ਲੱਗ ਗਿਆ। ਇੰਨੇ ਚਿਰ ਨੂੰ ਜੱਟ ਉੱਤੋਂ ਆ ਗਿਆ। ਉਹ ਆਵਾ ਤਵਾ ਬੋਲਣ ਲੱਗ ਗਿਆ, ਆ ਕਿਤੇ ਸਾਧ ਜੇ ਫਿਰਦੇ ਰਹਿੰਦੇ ਨੇ, ਬੀਜ ਦੇ ਐਸੇ ਰਹੀਏ ਪੁੱਟ ਕੇ ਇਹੀ ਝੂਪਦੇ ਨੇ। ਉਹਦੇ ਨੇ ਸਾਧ ਦੇ ਹੱਥ 'ਚੋਂ ਗੰਨਾ ਖੋਲ੍ਹਿਆ। ਸਾਧੂ ਨੇ ਕੁਛ ਨਹੀਂ ਕਿਹਾ, ਉਹ ਚਲਿਆ ਗਿਆ। ਮੁੜ ਕੇ ਸਾਰੇ ਪਿੰਡ 'ਚ ਗੰਨੇ ਹੀ ਨਹੀਂ ਹੋਇਆ। ਕਈ ਸਾਲ ਜ਼ੋਰ ਲਾ ਕੇ ਪਿੰਡ ਵਾਲੇ ਗੰਨੇ ਹੀ ਨਹੀਂ ਸੀ ਹੁੰਦਾ। ਇੱਕ ਵਾਰੀ ਮਹਾਂਪੁਰਖ ਉਹਨਾਂ ਦੇ ਪਿੰਡ 'ਚੋਂ ਲੰਘ ਰਹੇ ਸਨ। ਉਹਨਾਂ ਨੇ ਰੋਕ ਕੇ ਬੇਨਤੀ ਕੀਤੀ ਸੰਤ ਈਸ਼ਰ ਸਿੰਘ ਮਹਾਰਾਜ ਨੂੰ, ਵੀ ਮਹਾਰਾਜ ਜੀ ਬਹੁਤ ਸਾਲ ਹੋਏ ਇੱਕ ਦੀ ਮੂਰਖਤਾ ਕਾਰਨ ਵੀ ਸਾਧੂ ਦਾ ਸ਼ਰਾਪ ਲੱਗ ਗਿਆ, ਸਾਡੇ ਕਈ ਸਾਲਾਂ ਤੋਂ ਗੰਨੇ ਹੀ ਨਹੀਂ ਹੁੰਦਾ ਪਿੰਡ 'ਚ, ਵੀ ਸਾਡੇ 'ਤੇ ਕਿਰਪਾ ਕਰੋ। ਮਹਾਂਪੁਰਖ ਰੁਕ ਗਏ। ਉਹਨਾਂ ਨੂੰ ਕਹਿੰਦੇ ਵੀ ਐਂ ਕਰੋ, ਤੁਸੀਂ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਕਰੋ, ਸਾਰੇ ਉੱਥੇ ਤਿੰਨੋਂ ਦਿਨ ਲੰਗਰ ਲਾਈ ਰੱਖੋ, ਗਰੀਬ ਗੁਰਬਾਣੀ ਛਕਾਓ, ਸੇਵਾ ਕਰੋ ਆਪ ਪਿੰਡ ਵਾਲੇ ਸਾਰੇ। ਅਤੇ ਕੋਈ ਨਹੀਂ, ਗੁਰੂ ਮਹਾਰਾਜ ਕਿਰਪਾ ਕੇ ਫਿਰ ਜਦੋਂ ਮੌਸਮ ਆਏਗਾ ਗੰਨਾ ਬੀਜੋ ਹੋ ਜਾਏਗਾ। ਉਹਨੇ ਇਸ ਤਰ੍ਹਾਂ ਅਖੰਡ ਪਾਠ ਕਰਾਇਆ ਅਤੇ ਜਿਹੜਾ ਸੇਵਾ ਕਰਦੇ ਰਹੇ, ਲੰਗਰ ਲਾਤੇ ਤਿੰਨੋਂ ਦਿਨ। ਅਗਲੀ ਵਾਰੀ ਜਦੋਂ ਗੰਨੇ ਦਾ ਸੀਜ਼ਨ ਉਹਨਾਂ ਗੰਨਾ ਬੀਜਿਆ, ਸਾਰੇ ਪਿੰਡ 'ਚ ਗੰਨਾ ਹੋ ਗਿਆ। ਐਂ ਹੁਣ ਸ਼ਰਾਪ ਹੈ, ਕਿਸੇ ਦੇ ਸ਼ਰਾਪ ਨੂੰ ਕੋਈ ਸਾਧੂ, ਪੂਰਨ ਸਾਧੂ ਹੀ ਕੱਟ ਸਕਦਾ ਹੈ, ਆਮ ਬੰਦੇ ਦੇ ਵਾਸਤੇ ਰੋਗ ਹੀ ਨਹੀਂ ਹੁੰਦਾ। ਗਿੱਲ ਪਿੰਡ ਲੁਧਿਆਣੇ ਦੇ ਕੋਲ, ਉੱਥੇ ਇੱਕ ਬੀਬੀ ਸ਼ਮਸ਼ੇਰ ਕੌਰ ਰਹਿੰਦੀ ਸੀ। ਉਹਨੂੰ ਭੂਤ ਚੰਬੜ ਗਏ। ਉਹ ਮਹਾਂਪੁਰਖਾਂ ਕੋਲ ਲੈ ਜੀ, ਵੀ ਇਹਨੂੰ ਤਾਂ ਭੂਤ ਚੰਬੜ ਗਏ ਜੀ, ਬੜਾ ਔਖਾ ਹੋ ਗਿਆ ਸੰਤਾਂ ਜੀ। ਉਹ ਕਹਿੰਦੇ ਕੋਈ ਨਹੀਂ ਭਾਈ, ਐਂ ਕਰੋ ਆਪਣੇ ਘਰ 'ਚ ਨਾ ਸਹਿਜ ਪਾਠ ਸ਼ੁਰੂ ਕਰਵਾਓ, ਅਤੇ ਇਹਨੂੰ ਕਹੋ ਵੀ ਜਿੰਨਾ ਸਮਾਂ ਪਾਠੀ 2 ਘੰਟੇ ਉਹ ਪਾਠ ਕਰੇ, ਇਹ ਉੱਥੇ ਬੈਠ ਕੇ ਪਾਠ ਸੁਣੇ, ਇਹ ਪਾਠ ਸੁਣਿਆ ਕਰੇ। ਇਸ ਤਰ੍ਹਾਂ ਜਿਹੜਾ ਜਦੋਂ ਫਿਰ ਉਹ 2 ਘੰਟੇ ਬਾਅਦ ਆਵੇ, ਫਿਰ ਬੈਠ ਕੇ ਸਹਿਜ ਪਾਠ ਸੁਣੇ, ਅਤੇ ਇਹ ਸਾਰਾ ਸਹਿਜ ਪਾਠ ਇਸ ਤਰ੍ਹਾਂ ਬੈਠ ਕੇ ਸੁਣੇ, ਕੋਈ ਨਹੀਂ ਇਹ ਠੀਕ ਹੋ ਜਾਏਗੀ। ਅਤੇ ਜਦੋਂ ਸਹਿਜ ਪਾਠ ਦਾ ਕੁਝ ਦਿਨਾਂ ਬਾਅਦ ਭੋਗ ਪਿਆ, ਉਹ ਬੀਬੀ ਦਾ ਭੂਤ ਪਤਾ ਨਹੀਂ ਕਿੱਧਰ ਨੂੰ ਦੌੜ ਗਏ, ਅਤੇ ਬੀਬੀ 9 ਬਰ-9 ਹੋ ਗਈ। ਇਸ ਤਰ੍ਹਾਂ ਜਲੰਧਰ ਦੇ ਵਿੱਚ ਇੱਕ ਪਿੰਡ ਹੈ ਕਾਠਾ ਅਧਿਕਾਰਾ। ਉੱਥੇ ਇੱਕ ਪਰਿਵਾਰ ਰਹਿੰਦਾ ਸੀ, ਮਹਾਂਪੁਰਖਾਂ ਦਾ ਸ਼ਰਧਾਲੂ ਸੀ, ਕਿਉਂਕਿ ਰਾੜਾ ਸਾਹਿਬ ਪੂਰਨਮਾਸ਼ੀ ਮਨਾਈ ਜਾਂਦੀ ਹੈ, ਹਰ ਪੂਰਨਮਾਸ਼ੀ ਰਾੜਾ ਸਾਹਿਬ ਵਿੱਚ। ਉਹ ਪੂਰਨਮਾਸ਼ੀ 'ਤੇ ਮਹਾਂਪੁਰਖਾਂ ਕੋਲ ਆਇਆ ਕਰਦੇ ਸਨ। ਉਹਨਾਂ ਦਾ ਇੱਕੋ ਇੱਕ ਮੁੰਡਾ ਸੀ, ਨਾਜਰ ਸਿੰਘ। ਉਹ ਬਹੁਤ ਸ਼ਰਾਬ ਪੀਣ ਲੱਗ ਗਿਆ। ਮਾਂ ਪਿਓ ਬੜੇ ਦੁਖੀ ਵੀ ਇੱਕੋ ਇੱਕ ਸਾਡਾ ਪੁੱਤਰ ਹੈ, ਅਤੇ ਇਹ ਸ਼ਰਾਬ ਪੀਂਦਾ ਰਹਿੰਦਾ, ਹਰ ਵਕਤ ਕੰਮ ਕੋਈ ਨਹੀਂ ਕਰਦਾ, ਢਾਣੀ ਸੱਦ ਲੈਂਦਾ, ਉਹਨਾਂ ਨਾਲ ਬੈਠ ਕੇ ਪੀਂਦਾ ਰਹਿੰਦਾ। ਉਹ ਬੜੇ ਦੁਖੀ ਹੋ ਗਏ। ਇੱਕ ਵਾਰੀ ਉਹ ਪ੍ਰੇਰ ਕੇ ਆਪਣੇ ਪੁੱਤਰ ਨੂੰ ਉੱਥੇ ਰਾੜਾ ਸਾਹਿਬ ਲੈ ਪੂਰਨਮਾਸ਼ੀ 'ਤੇ। ਜਦੋਂ ਮਹਾਂਪੁਰਖ ਸੰਗਤ ਨੂੰ ਮਿਲ ਰਹੇ ਸਨ, ਉਹਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਜੀ ਇਹ ਸਾਡਾ ਇੱਕੋ ਇੱਕ ਪੁੱਤਰ ਹੈ, ਅਤੇ ਇਹ ਤਾਂ ਹਰ ਵਕਤ ਸ਼ਰਾਬ ਪੀਂਦਾ ਰਹਿੰਦਾ ਹੈਗਾ। ਮਹਾਂਪੁਰਖਾਂ ਨੇ ਸਹਿਜ ਸੁਭਾਅ ਕਿਹਾ, ਕਹਿੰਦਾ ਵੀ ਨਾਜਰ ਸਿੰਘ ਤੂੰ ਨਾ ਸ਼ਰਾਬ ਪੀਣੀ ਬੰਦ ਕਰ ਦੇ, ਅਤੇ ਅਗਲੀ ਪੂਰਨਮਾਸ਼ੀ ਨੂੰ ਅੰਮ੍ਰਿਤ ਛਕ ਲੈ। ਉਹ ਕੁਛ ਨਹੀਂ ਬੱਚਾ ਅੱਗੋਂ ਬੋਲਿਆ।
ਵਾਪਸ ਚਲੇ ਗਏ ਅਗਲੇ ਦਿਨ। ਉਹ ਜਾ ਕੇ ਫਿਰ ਪੀਣ ਲੱਗ ਗਿਆ, ਫਿਰ ਪੀਣ ਲੱਗ ਗਿਆ। ਅਗਲੀ ਪੂਰਨਮਾਸ਼ੀ ਤੋਂ ਫਿਰ ਆ ਗਿਆ ਵਾਪਸ ਨਾਲ ਹੀ। ਉਹਨਾਂ ਨੇ ਫਿਰ ਮਾਂ ਪਿਓ ਨੇ ਕਿਹਾ ਵੀ ਦੇਖੋ ਜੀ ਤੁਸੀਂ ਕਿਹਾ ਵੀ ਸੀ, ਇਹ ਨਹੀਂ ਹਟਿਆ। ਕਹਿੰਦੇ ਇੱਧਰ ਆ ਬਈ। ਕਹਿੰਦੇ ਅਸੀਂ ਤੈਨੂੰ ਕਿਹਾ ਸੀ ਸ਼ਰਾਬ ਛੱਡ ਦੇ ਅਤੇ ਅੰਮ੍ਰਿਤ ਛਕ ਲੈ, ਤੂੰ ਸ਼ਰਾਬ ਕਿਉਂ ਨਹੀਂ ਛੱਡੀ? ਕਹਿੰਦੇ ਵੀ ਮਹਾਰਾਜ ਜੀ ਸੱਚ ਪੁੱਛਦੇ ਹੋ? ਕਹਿੰਦੇ ਹਾਂ ਹਾਂ ਦੱਸ, ਸੱਚ ਦੱਸ। ਕਹਿੰਦੇ ਮੈਂ ਮਨ ਬਣਾ ਲਿਆ ਸੀ ਵੀ ਸ਼ਰਾਬ ਨਹੀਂ ਪੀਣੀ, ਪਰ ਜਦੋਂ ਹੀ ਸ਼ਾਮ ਦੇ 5 ਵਜਦੇ ਨੇ ਮੇਰੇ ਪੈਰ ਧੱਕੇ ਨਾਲ ਠੇਕੇ ਵੱਲ ਨੂੰ ਤੁਰ ਪੈਂਦੇ ਨੇ, ਇਸ ਲਈ ਮੇਰੇ ਤੋਂ ਇਹ ਛੱਡ ਨਹੀਂ ਹੁੰਦੀ। ਮਹਾਂਪੁਰਖ ਜਾਣੀ ਜਾਣ ਸਨ ਵੀ ਸੱਚ ਬੋਲ ਰਿਹਾ। ਕਹਿੰਦੇ ਇੱਥੇ ਮੇਰੇ ਕੋਲ ਆ ਕੇ ਬੈਠ। ਉਹ ਚੌਂਕੜੀ ਮਾਰ ਕੇ ਬਹਿ ਗਏ। ਮਹਾਂਪੁਰਖਾਂ ਨੇ ਆਪਣਾ ਸੱਜਾ ਅੰਗੂਠਾ ਲਿਆ, ਉਹਨੂੰ ਧਰਤੀ 'ਤੇ ਲਾਇਆ, ਇਸ ਤਰ੍ਹਾਂ ਲਾ ਕੇ ਉਹਦੇ ਮੱਥੇ 'ਤੇ ਇਸ ਤਰ੍ਹਾਂ ਆਪਣਾ ਅੰਗੂਠਾ ਫੇਰਤਾ। ਕਹਿੰਦਾ ਜਾ ਕਾਕਾ ਅਸੀਂ ਤੇਰੇ ਪਿਛਲੇ ਜਨਮ ਦਾ ਕਰਮ ਕੱਟਤਾ ਹੈ, ਹੁਣ ਅਗਲੀ ਪੂਰਨਮਾਸ਼ੀ ਨੂੰ ਅੰਮ੍ਰਿਤ ਛਕ ਲੈ। ਅਤੇ ਮੁੜ ਕੇ ਨੇ ਫਿਰ ਸ਼ਰਾਬ ਨਹੀਂ ਪੀਤੀ ਅਤੇ ਉਹਦੇ ਅਗਲੀ ਪੂਰਨਮਾਸ਼ੀ ਨੂੰ ਉਹ ਅੰਮ੍ਰਿਤਧਾਰੀ ਹੋ ਗਏ। ਤਾਂ ਮੈਂ ਕਈ ਵਾਰੀ ਕਿਆ ਕਰਦਾ, ਕਈ ਵਾਰੀ ਪਿਛਲੇ ਜਨਮ ਦੇ ਐਡਾ ਤਗੜਾ ਸੰਸਕਾਰ ਹੁੰਦਾ, ਅਸੀਂ ਉਸ ਬੁਰਾਈ ਨੂੰ ਛੱਡਣਾ ਚਾਹੁੰਦੇ ਹਾਂ, ਅਸੀਂ ਸਿਆਣੇ ਵੀ ਹੋ ਗਏ ਹਾਂ, ਸਾਨੂੰ ਪਤਾ ਪਰ ਉਹ ਛੱਡ ਨਹੀਂ ਹੁੰਦੀ, ਉਹ ਛੱਡ ਨਹੀਂ ਹੁੰਦੀ। ਆਲਾ ਕਹਿੰਦੇ ਲੈ ਕਿਉਂ ਨਹੀਂ ਛੱਡ ਹੁੰਦੀ? ਦੂਜੇ ਸੁਣਨ ਵਾਲੇ ਕਹਿੰਦੇ ਨਹੀਂ ਕਈ ਵਾਰੀ ਛੱਡ ਹੁੰਦੀ। ਅਗਰ ਤੁਸੀਂ ਪਿਛਲਾ ਸਾਰਾ ਜਨਮ ਸ਼ਰਾਬ ਪੀਂਦੇ ਰਹੇ ਨਾ ਕਈ ਸਾਲਾਂ ਤੱਕ, ਇਸ ਜਨਮ ਛੱਡਣੀ ਬੜੀ ਔਖੀ ਹੁੰਦੀ। ਉਹ ਮਹਾਂਪੁਰਖਾਂ ਨੇ ਫਿਰ ਦੇਖਿਆ ਵੀ ਜਿਹੜਾ ਕਰਮ ਹੈ ਇਹ ਨਹੀਂ ਛੱਡਣ ਦਿੰਦਾ, ਉਹਨਾਂ ਨੇ ਅੰਗੂਠੇ ਨੂੰ ਰੇਖਾ ਹੀ ਮਿਟਾਤੀ ਮੱਥੇ 'ਤੇ। ਮੱਥੇ 'ਤੇ ਜਿਹੜੀ ਉਹ ਰੇਖਾ ਬਣੀ ਹੋਈ ਸੀ ਨਾ, ਉਹ ਉਹੀ ਮਿਟਾਤੀ। ਕਿ ਜਾ ਕਾਕਾ ਅਸੀਂ ਤੇਰਾ ਕਰਮ ਹੀ ਮਿਟਾਤਾ ਪਿਛਲਾ, ਅਤੇ ਹੁਣ ਤੂੰ ਅੰਮ੍ਰਿਤ ਛਕ ਲੈ। ਅਤੇ ਕਰਮ ਹੀ ਖਤਮ ਕਰਤਾ। ਨਹੀਂ ਤਾਂ ਆਪ ਖਤਮ ਕਰਦੇ ਹਾਂ, ਬਾਣੀ ਪੜ੍ਹ ਕੇ ਖਤਮ ਕਰਦੇ, ਪਤਾ ਕਿੰਨਾ ਸਮਾਂ ਲੱਗ ਜਾਂਦਾ। ਅਗਲੇ ਮਿੰਟ 2 ਲਾਏ ਨੇ, ਕਰਮ ਕੱਟ ਕੇ ਪਰਾਂ ਕਰਤਾ ਹੈ। ਖੰਨੇ ਦੇ ਕੋਲ ਇੱਕ ਦਬੁਰਜੀ ਪਿੰਡ ਹੈ, 2 ਬੁਰਜੀਆਂ ਨੇ ਨਹਿਰ ਦੇ ਆਲੇ ਦੁਆਲੇ, ਉਹ ਪਿੰਡ ਹੈ ਦਬੁਰਜੀ ਪਿੰਡ। ਉੱਥੇ ਇੱਕ ਦਰਜੀ ਉਜਾਗਰ ਸਿੰਘ ਰਹਿੰਦਾ ਸੀ। ਉਹਦੀ ਲੜਕੀ ਬੋਲੀ ਵੀ ਸੀ ਅਤੇ ਗੂੰਗੀ ਵੀ ਸੀ। ਇਹ ਅਸੂਲ ਹੈ ਹਮੇਸ਼ਾ ਕਿ ਜਿਹੜਾ ਬੰਦਾ ਬੋਲਾ ਹੋਏਗਾ ਜਨਮ ਤੋਂ, ਉਹ ਗੂੰਗਾ ਵੀ ਹੋਵੇਗਾ, ਕਿਉਂ ਜੋ ਉਹਨੂੰ ਸੁਣਦਾ ਹੀ ਨਹੀਂ ਤਾਂ ਬੋਲਣਾ ਕਿਵੇਂ ਸਿੱਖੇਗਾ। ਉਹ ਬੋਲੀ ਵੀ ਸੀ ਅਤੇ ਗੂੰਗੀ ਵੀ ਸੀ। ਉਹ ਮਹਾਂਪੁਰਖਾਂ ਕੋਲ ਲੜਕੀ ਲੈ ਕੇ ਆ ਗਏ, ਕਹੇ ਜੀ ਦੇਖੋ ਸਾਡੀ ਲੜਕੀ ਦਾ ਵਿਆਹ ਵੀ ਕਰਨਾ, ਵੱਡੀ ਹੋ ਰਹੀ ਹੈ, ਇਹ ਜਨਮ ਤੋਂ ਹੀ ਬੋਲੀ ਹੈ, ਗੂੰਗੀ ਹੈ, ਵੀ ਕਿਰਪਾ ਕਰੋ ਇਸ 'ਤੇ। ਮਹਾਂਪੁਰਖਾਂ ਨੇ ਲੜਕੀ ਦੇ ਸਿਰ 'ਤੇ ਹੱਥ ਰੱਖੇ, ਉਹਦੇ ਕੰਨ ਖੁੱਲ੍ਹ ਗਏ, ਉਹਨੂੰ ਸੁਣਨ ਲੱਗ ਗਿਆ। ਮਹਾਂਪੁਰਖਾਂ ਨੇ ਉਹਨੂੰ ਜਿਹੜਾ ਮੂਲ ਮੰਤਰ ਸੁਣਾਇਆ, ਮੂਲ ਮੰਤਰ ਸੁਣਾਇਆ, ਬੋਲ। ਉਹ ਬੋਲਣ ਲੱਗ ਗਈ। ਕਹਿੰਦੇ ਲਓ ਭਾਈ ਤੁਹਾਡੀ ਲੜਕੀ ਜਿਹੜੀ ਹੈ ਸੁਣਨ ਵੀ ਲੱਗ ਗਈ ਹੈ ਅਤੇ ਬੋਲਣ ਵੀ ਲੱਗ ਗਈ, ਲੈ ਜਾਓ। ਸ਼ਾਇਦ ਅੱਜ ਦੀ ਡਾਕਟਰੀ ਉਹਨੂੰ ਬੋਲਣ ਨਾ ਲਾ ਸਕਦੀ, ਸੁਣਨ ਨਾ ਲਾ ਸਕਦੀ, ਕਿਉਂਕਿ ਜਿਹੜਾ ਨੁਕਸ ਜਨਮ ਤੋਂ ਹੋਵੇ ਨਾ, ਸੰਤ ਸੀਤਲ ਸਿੰਘ ਜੀ ਕਹਿੰਦੇ ਸੀ ਉਸ ਨੁਕਸ ਨੂੰ ਦੂਰ ਕਰਨਾ ਡਾਕਟਰਾਂ ਦੇ ਤਾਂ ਵੱਸਦਾ ਹੀ ਨਹੀਂ ਹੈਗਾ। ਇਹ ਤੋਂ ਕੋਈ ਪਹੁੰਚਿਆ ਹੈ ਸਾਧੂ ਫਿਰ ਕਿਰਪਾ ਕਰਦਾ ਤਾਂ ਜਾ ਕੇ ਕੋਈ ਗੱਲ ਬਣਦੀ ਹੈ। ਯੂਪੀ ਦੇ ਵਿੱਚ ਮੁਰਾਦਾਬਾਦ ਸ਼ਹਿਰ ਹੈ, ਆਪ ਜੀ ਦੇ ਦੀਵਾਨ ਉੱਥੇ ਲੱਗਿਆ ਕਰਦੇ ਸੀ। ਉੱਥੇ ਗਏ, ਹੌਲੀ ਹੌਲੀ ਇਲਾਕੇ 'ਚ ਪਤਾ ਲੱਗੇ ਬਹੁਤ ਪਹੁੰਚੇ ਹੋਏ ਸਾਧੂ ਨੇ। ਉੱਥੇ ਇੱਕ ਜਗੀਰਦਾਰ ਰਹਿੰਦਾ ਸੀ, ਰਮੇਸ਼ ਕੁਮਾਰ ਸਾਹੂ। 25 ਸਾਲ ਵਿਆਹ ਨੂੰ ਹੋ ਗਏ ਸੀ, ਕੋਈ ਬੱਚਾ ਨਹੀਂ ਸੀ ਉਹਨਾਂ ਦੇ ਘਰ। ਕਿਸੇ ਨੇ ਦੱਸ ਪਾਈ ਵੀ ਫਲਾਣੇ ਘਰ 'ਚ ਮਹਾਂਪੁਰਖ ਠਹਿਰਦੇ ਨੇ, ਤੁਸੀਂ ਉੱਥੇ ਮੀਆਂ ਬੀਬੀ ਜਾਓ, ਬੇਨਤੀ ਕਰੋ, ਸ਼ਾਇਦ ਤੁਹਾਡੀ ਕੋਈ ਗੱਲ ਬਣ ਜੇ। ਚਲੋ ਉਹਨਾਂ ਨੂੰ ਹਿੰਦੂ ਮਰਿਆਦਾ ਦਾ ਗਿਆਨ ਸੀ।
ਜਿਵੇਂ ਆਪਾਂ ਕਿਸੇ ਨੂੰ ਬੇਨਤੀ ਕਰਨੀ, ਗਲ 'ਚ ਪੱਲਾ ਪਾ ਕੇ ਦੋਨਾਂ ਹੱਥ ਫੜ ਲੈਣਾ ਤੇ ਇਸ ਤਰ੍ਹਾਂ ਬੇਨਤੀ ਕਰਦੇ। ਗੁਰੂ ਅੱਗੇ ਵੀ ਜਦ ਬੇਨਤੀ ਕਰਦੇ ਹਾਂ, ਗਲ 'ਚ ਪੱਲਾ ਪਾ ਕੇ ਇਸ ਤਰ੍ਹਾਂ ਪੜ੍ਹ ਕੇ ਸੱਚੇ ਪਾਤਸ਼ਾਹ, ਉਹ ਇਹ ਨਿਮਰਤਾ ਦੀ ਨਿਸ਼ਾਨੀ ਹੁੰਦੀ ਹੈ, ਨਿਸ਼ਾਨੀ ਹੁੰਦੀ। ਇਸ ਲਈ ਜਦੋਂ ਵੀ ਗ੍ਰੰਥੀ ਸਿੰਘ ਅਰਦਾਸ ਕਰਦਾ ਉਹਦੇ ਗਲ 'ਚ ਪਾਇਆ ਹੁੰਦਾ। ਲੋ ਜੀ, ਉਹਨਾਂ ਨੇ ਮੂੰਹ 'ਚ ਨਾ ਘਾਹ ਪੱਦੀਆਂ ਤਿਣਾਂ ਪਾਈਆਂ ਹੋਈਆਂ ਨੇ, ਦੋਨਾਂ ਮੀਆਂ ਬੀਬੀ ਨੇ, ਅਤੇ ਮਹਾਂਪੁਰਖਾਂ ਕੋਲ ਆ ਗਏ। ਮਹਾਂਪੁਰਖ ਸਮਝ ਗਏ ਵੀ ਇਹ ਤਾਂ ਯਾਰ ਮਰਿਆਦਾ ਜਾਣਦੇ ਨੇ ਅਤੇ ਬੜੀ ਨਿਮਰਤਾ ਨਾਲ ਆਏ ਨੇ। ਕਹਿੰਦੇ ਆਓ ਭਾਈ ਬੈਠੋ, ਕਿਵੇਂ ਆਇਓ? ਕਹਿੰਦੇ ਜੀ ਅਸੀਂ ਇਸ ਇਲਾਕੇ ਦੇ ਜਗੀਰਦਾਰ ਹਾਂ ਅਤੇ ਸਾਡੇ ਘਰ ਕੋਈ ਬੱਚਾ ਨਹੀਂ, ਅਤੇ ਐਡੀ ਸਾਡੀ ਜਾਇਦਾਦ ਹੈ, ਸਾਨੂੰ ਪੁੱਤਰ ਦੀ ਬਖਸ਼ਿਸ਼ ਕਰੋ, ਸਾਡੇ ਘਰ ਬੱਚਾ ਹੋ ਜਾਏ। ਕਹਿੰਦੇ ਅੱਛਾ ਭਾਈ, ਗੁਰੂ ਨਾਨਕ ਦੇਵ ਜੀ ਦੀ ਫੋਟੋ ਬਾਜ਼ਾਰ 'ਚੋਂ ਲੈ ਲਿਓ, ਕਿਤੇ ਆਪਣੇ ਕਿਸੇ ਕਮਰੇ 'ਚ ਉਹਨੂੰ ਟਿਕਾ ਲੈਣਾ ਹੈ। ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇ ਅੱਗੇ ਬੈਠ ਕੇ ਤੁਸੀਂ ਨਾ ਉਹਨਾਂ ਨੂੰ ਪਾਠ ਦਿੱਤਾ ਵੀ ਆਹ ਤੁਸੀਂ ਪਾਠ ਕਰਿਆ ਕਰ ਲਓ, ਅਤੇ ਗੁਰੂ ਨਾਨਕ ਦੇਵ ਨੂੰ ਬੇਨਤੀ ਕਰਨੀ, ਕੋਈ ਨਹੀਂ ਅਗਲੇ ਸਾਲ ਤੁਹਾਡੇ ਘਰ ਪੁੱਤਰ ਹੋ ਜਾਏਗਾ। ਸੋ 25 ਸ਼ਾਦੀ ਤੋਂ 25 ਸਾਲ ਬਾਅਦ ਫਿਰ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ। ਸੋ ਦੇਖੋ ਫਿਰ ਦੂਰ ਦੂਰ ਤੱਕ ਪ੍ਰਸਿੱਧੀ ਹੋ ਜਾਂਦੀ ਹੈ। ਜਦੋਂ ਕਿਸੇ ਵੱਡੇ ਬੰਦੇ ਦਾ ਕੰਮ ਕਿਸੇ ਮਹਾਤਮਾ ਤੋਂ ਹੋ ਜਾਏ ਤਾਂ ਫਿਰ ਪ੍ਰਸਿੱਧੀ ਵੀ ਦੂਰ ਦੂਰ ਤੱਕ ਹੋ ਜਾਂਦੀ ਵੀ ਹਾਂ ਭਾਈ ਡਾਕਟਰ ਨੇ ਸਾਰਾ ਜ਼ੋਰ ਲਾ ਲਿਆ, ਨਹੀਂ ਗੱਲ ਬਣੀ, ਅਤੇ ਫਿਰ ਹੋਇਆ, ਅਤੇ ਫਿਰ ਪੁੱਤਰ ਹੋਇਆ ਹੈਗਾ। ਇਸ ਤਰ੍ਹਾਂ ਆਪ ਜੀ ਪ੍ਰਦੇਸਾਂ 'ਚ ਵੀ ਜਾਇਆ ਕਰਦੇ ਸਨ ਪ੍ਰਚਾਰ ਕਰਨ, ਬਾਹਰਲੇ ਦੇਸ਼ਾਂ ਵਿੱਚ ਜਾਂਦੇ ਸਨ। 1975 ਦੇ ਵਿੱਚ ਆਪ ਜੀ ਇੰਗਲੈਂਡ ਗਏ ਹੋਏ ਨੇ, ਦੀਵਾਨ ਲਾਏ ਨੇ। ਅਖੀਰਲੇ ਦੀਵਾਨ 'ਚ ਹਿੰਟ ਵੀ ਦੇ ਰਹੇ ਨੇ ਕਿ ਫਿਰ ਭਾਈ ਪਤਾ ਨਹੀਂ ਮੇਲੇ ਦੁਬਾਰਾ ਹੋਣਗੇ ਤੁਹਾਡੇ ਨਾਲ ਕਿ ਨਹੀਂ ਹੋਣਗੇ। ਹਾਂਜੀ, ਅਤੇ ਉੱਥੇ ਇੰਗਲੈਂਡ ਦੇ ਵਿੱਚ ਹੀ 26 ਅਗਸਤ 1975 ਨੂੰ ਸੰਤ ਈਸ਼ਰ ਸਿੰਘ ਮਹਾਰਾਜ ਨੇ ਉੱਥੇ ਸਰੀਰ ਤਿਆਗ ਦਿੱਤਾ। ਸੋ ਇਸ ਪ੍ਰਕਾਰ ਜਿਹੜਾ ਹੈ ਆਪ ਜੀ 5 ਅਗਸਤ 1905 'ਚ ਪੈਦਾ ਹੋਏ ਅਤੇ 26 ਅਗਸਤ 1975 ਦੇ ਵਿੱਚ ਆਪ ਜੀ ਨੇ ਸਰੀਰ ਤਿਆਗਿਆ। ਤਕਰੀਬਨ 70 ਸਾਲ ਆਪ ਜੀ ਨੇ ਉਮਰ ਬਤੀਤ ਕੀਤੀ। ਹਿੰਦੁਸਤਾਨ 'ਚ ਬਥੇਰੇ ਸ਼ਹਿਰਾਂ 'ਚ ਜਾ ਕੇ ਦੀਵਾਨ ਲਾਏ, ਪ੍ਰਦੇਸਾਂ 'ਚ ਵੀ ਗਏ, ਅਤੇ 50 ਸਾਲ 75 ਸਾਲਾਂ ਦੇ ਵਿੱਚ 50 ਸਾਲ ਜਿਹੜਾ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਅਤੇ ਗੁਰੂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਗੁਰੂ ਦੇ ਲੜ ਲਾਇਆ ਹੈ। ਸੋ ਇਹ ਦੋ ਮਹਾਨ ਆਤਮਾਵਾਂ ਦੇ ਆਪਾਂ ਨੇ ਅੱਜ ਦਿਨ ਬਰਸੀਆਂ ਮਨਾਈਆਂ ਸਨ, ਅਤੇ ਇਸ ਲਈ ਫਿਰ ਜਿਨ੍ਹਾਂ ਦੇ ਆਪਾਂ ਮਨਾਉਂਦੇ ਹਾਂ, ਇਸ ਲਈ ਫਿਰ ਉਹਨਾਂ ਦੇ ਜੀਵਨ ਵੀ ਆਪਾਂ ਸਾਂਝੇ ਸੰਗਤ ਨਾਲ ਕਰਦੇ ਹਾਂ ਕਿ ਸਾਨੂੰ ਉਹਨਾਂ ਤੋਂ ਪ੍ਰੇਰਨਾ ਮਿਲੇ ਕਿ ਉਹ ਵੀ ਇਸ ਤਰ੍ਹਾਂ ਸਾਡੇ ਵਰਗੇ ਸਧਾਰਨ ਪਰਿਵਾਰਾਂ 'ਚੋਂ ਸਨ। ਇਹ ਨਹੀਂ ਕਿ ਬਹੁਤੇ ਅਮੀਰ ਪਰਿਵਾਰਾਂ 'ਚੋਂ ਸਨ, ਇੱਕ ਤਰਖਾਣ ਪਰਿਵਾਰ 'ਚੋਂ ਸੀ, ਦੂਜਾ ਜੱਟ ਪਰਿਵਾਰ 'ਚੋਂ ਸੀ। ਤਾਂ ਇਸ ਤਰ੍ਹਾਂ ਜਿਹੜਾ ਤਰੱਕੀ ਕਰਦੇ ਕਰਦੇ ਕਿੱਥੇ ਪਹੁੰਚ ਗਏ। ਦੇਖੋ ਉਹ 1943 'ਚ ਸਰੀਰ ਤਿਆਗਿਆ, ਅੱਜ ਤੱਕ ਦੁਨੀਆ ਬਰਸੀਆਂ ਮਨਾਉਂਦੀ ਹੈ। ਇਹਨਾਂ ਨੇ 1975 'ਚ ਸਰੀਰ ਤਿਆਗਿਆ, ਦੁਨੀਆ ਬਰਸੀਆਂ ਮਨਾਉਂਦੀ, ਯਾਦਾਂ ਮਨਾਉਂਦੀਆਂ ਨੇ। ਸੋ ਨਾਮ ਜਪਣ ਵਾਲੇ ਦਾ ਜਿਹੜਾ ਨਾਮ ਹੈ ਨਾ, ਇਹ ਬੜੇ ਸਾਲਾਂ ਤੱਕ ਇਸ ਸੰਸਾਰ 'ਚ ਰਹਿੰਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ ਵਿਚਾਰਾਂ ਪ੍ਰਗਟ ਕਰਦੇ ਹਾਂ, ਕਈ ਵਾਰੀ ਕੋਈ ਨਾ ਕੋਈ ਭੁੱਲ ਚੁੱਕ ਹੋ ਜਾਂਦੀ, ਦੱਸ ਕੇ ਮਦਦ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।